You are listening to the online streaming service from Emmanuel Church, Handsworth, Birmingham, UK. ਗੁੱਡ ਮਾਰਨਿੰਗ ਸਾਰਿਆਂ ਨੂੰ। ਇਸ ਸਮੇਂ ਜੋ ਵੀ ਭੈਣ ਭਾਈ ਸਾਡੇ ਨਾਲ ਇਸ ਆਨਲਾਈਨ ਮੀਟਿੰਗ ਜੁੜ ਰਹੇ ਆ, ਅਸੀਂ ਤੁਹਾਡਾ ਸਾਰਿਆਂ ਦਾ ਇਮੈਨੂਅਲ ਚਰਚ ਹੈਂਡਸਵਰਥ ਵੱਲੋਂ ਵੈਲਕਮ ਕਰਦੇ ਹਾਂ। ਅਤੇ ਖਾਸ ਕਰਕੇ ਜੇ ਕੋਈ ਸਾਡੇ ਨਾਲ ਇਸ ਮੀਟਿੰਗ 'ਚ ਪਹਿਲੀ ਵਾਰੀ ਜੁੜ ਰਿਹਾ, ਚਾਹੇ ਇਸ ਮੁਲਕ 'ਚੋਂ ਜਾਂ ਬਾਹਰਲੇ ਮੁਲਕਾਂ ਵਿੱਚੋਂ, ਤੁਹਾਡਾ ਅਸੀਂ ਖਾਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਅਤੇ ਸਾਡੀ ਪ੍ਰਾਰਥਨਾ ਕਿ ਇਸ ਮੀਟਿੰਗ ਦੁਆਰਾ ਪ੍ਰਭੂ ਤੁਹਾਨੂੰ ਬਰਕਤ ਦੇਵੇ। ਸੋ ਆਓ ਇਸ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਾਈਬਲ ਦੇ ਵਿੱਚੋਂ ਥੋੜ੍ਹੀਆਂ ਜਿਹੀਆਂ ਆਇਤਾਂ ਪੜ੍ਹਾਂਗਾ। ਯਹੋਨਾ ਉਹਦਾ 14ਵਾਂ ਅਧਿਆਏ ਅਤੇ 6ਵੀਂ ਆਇਤ। ਯਿਸੂ ਨੇ ਉਹਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾਂ ਪਿਤਾ ਕੋਲ ਨਹੀਂ ਆਉਂਦਾ। ਅਸੀਂ ਦੇਖਦੇ ਹਾਂ ਇੱਥੇ ਇਸ ਅਧਿਆਏ ਵਿੱਚ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨਾਲ ਗੱਲਬਾਤ ਕਰਦੇ ਆ ਕਿ ਉਹ ਦੱਸਦੇ ਕਿ ਮੈਂ ਜਾਣਦਾ ਵਾਂ, ਮੈਂ ਜਾ ਕੇ ਰਾਹ ਤੁਹਾਡੇ ਵਾਸਤੇ ਉਹ ਸਥਾਨ ਤਿਆਰ ਕਰਦਾ ਸਵਰਗ ਦੇ ਵਿੱਚ ਪਿਤਾ ਦੇ ਘਰ। ਪਰ ਚੇਲੇ ਸਮਝਦੇ ਨਹੀਂ। ਉਹ ਥੋਮਸ ਅਸੀਂ ਦੇਖਦੇ ਹਾਂ ਕਿ ਉਹ ਸਵਾਲ ਕਰਦਾ ਕਿ ਤੂੰ ਕਿੱਥੇ ਜਾਂਦਾ। ਫਿਰ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਾਫ਼ ਇੱਥੇ ਦੱਸਦੇ ਕਿ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਅਸੀਂ ਦੇਖਦੇ ਹਾਂ ਕਿ ਪੁਰਾਣੇ ਨਿਯਮ ਵਿੱਚ ਵੀ ਕਈ ਥਾਵਾਂ 'ਤੇ ਪਿਤਾ ਪਰਮੇਸ਼ਰ ਆਪਣੇ ਆਪ ਨੂੰ ਮੈਂ ਹਾਂ ਕਹਿ ਕੇ ਕਹਿੰਦਾ। ਇੱਥੇ ਵੀ ਸਾਨੂੰ ਪ੍ਰਭੂ ਯਿਸੂ ਮਸੀਹ 3 ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਦਿੰਦੇ ਆ। ਅਸੀਂ ਦੇਖਦੇ ਹਾਂ ਕਿ ਜਿਉਣ, ਅਸੀਂ ਦੇਖਦੇ ਹਾਂ ਕਿ ਰਾਹ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਪਾਉਂਦੇ ਹਾਂ, ਸੱਚਾਈ ਅਸੀਂ ਪ੍ਰਭੂ ਯਿਸੂ ਮਸੀਹ ਸਿਰਫ ਪ੍ਰਭੂ ਯਿਸੂ ਮਸੀਹ ਵਿੱਚ ਪਾਉਂਦੇ ਹਾਂ, ਅਤੇ ਜਿਉਣ ਜੋ ਸਾਨੂੰ ਸਦੀਪਕ ਜੀਵਨ ਦਾ ਵਾਅਦਾ ਕਰਦਾ ਅਸੀਂ ਸਿਰਫ ਪ੍ਰਭੂ ਯਿਸੂ ਮਸੀਹ ਵਿੱਚ ਪਾਉਂਦੇ ਹਾਂ। ਆਓ ਇਸ ਹੁਣ ਮੀਟਿੰਗ ਅੱਗੇ ਲਿਜਾਣ ਤੋਂ ਪਹਿਲਾਂ ਆਪਾਂ ਇੱਕ ਪਹਿਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਸਕਰੀਨ 'ਤੇ ਆਵੇਗਾ। ਤੁਸੀਂ ਘਰਾਂ 'ਚ ਬੈਠੇ ਇਸ ਗੀਤ ਨਾਲ ਜੁੜ ਸਕਦੇ ਜਿਸ ਤਰ੍ਹਾਂ ਅਸੀਂ ਇਸ ਮੰਡਲੀ 'ਚ ਇਸ ਗੀਤ ਗਾਉਂਦੇ ਹਾਂ। ਸੋ ਕਿਰਪਾ ਕਰਕੇ ਤੁਸੀਂ ਘਰਾਂ 'ਚ ਬੈਠੇ ਗੀਤ ਗਾਓ ਤਾਂ ਕਿ ਇੱਕ ਮਨ ਹੋ ਕੇ ਅਸੀਂ ਆਪਣੇ ਪ੍ਰਭੂ ਦੀ ਮਹਿਮਾ ਤਾਰੀਫ। ਜਗਤ ਵਿੱਚ ਆਇਆ ਹੈ ਤਾਰਨਹਾਰ, ਸੁਣ ਕਰ ਸਭ ਪਾਪੀਆਂ ਦੀ ਪੁਕਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਡਿੱਗਿਆ ਹੋਇਆਂ ਨੂੰ ਉਸਨੇ ਚੁੱਕਿਆ, ਪਾਪ ਦੀ ਜੜ ਨੂੰ ਉਸਨੇ ਪੁੱਟਿਆ, ਕਰ ਦਿੱਤਾ ਬੇੜਾ ਪਾਰ। ਹਾਂ, ਕਰ ਦਿੱਤਾ ਬੇੜਾ ਪਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਪਾਪ ਪਿਆਲਾ ਉਸਨੇ ਪੀਤਾ ਸੀ, ਮਰ ਕੇ ਮੌਤ ਨੂੰ ਜਿੱਤ ਲਿਆ ਸੀ, ਖੋਲ੍ਹਿਆ ਸਵਰਗ ਦਾ ਦਵਾਰ। ਹਾਂ, ਖੋਲ੍ਹਿਆ ਸਵਰਗ ਦਾ ਦਵਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਉਠੋ ਔਰ ਉੱਠ ਕੇ ਸਭ ਮਿਲ ਗਾਓ, ਯਿਸੂ ਮਸੀਹ ਦਾ ਨਾਮ ਸੁਣਾਓ, ਕਰੋ ਪ੍ਰੇਮ ਦਾ ਪ੍ਰਚਾਰ। ਹਾਂ, ਕਰੋ ਪ੍ਰੇਮ ਦਾ ਪ੍ਰਚਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਸੁਣ ਕਰ ਸਭ ਪਾਪੀਆਂ ਦੀ ਪੁਕਾਰ। ਜਗਤ ਵਿੱਚ ਆਇਆ ਹੈ ਤਾਰਨਹਾਰ, ਜਗਤ ਵਿੱਚ ਆਇਆ
ਆਓ ਹੁਣ ਪ੍ਰਭੂ ਅੱਗੇ ਪ੍ਰਾਰਥਨਾ ਵਿੱਚ ਆਈਏ। ਜ਼ਮੀਨ ਅਸਮਾਨ ਦੇ ਮਾਲਕ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤਾਰੀਫ ਬੜਾਈ ਕਰਦੇ ਹਾਂ ਪ੍ਰਭੂ ਜੀ। ਅਸੀਂ ਜਾਣਦੇ ਹਾਂ ਕਿ ਤੁਸੀਂ ਹੀ ਇਕੱਲੇ ਇਸ ਦੇ ਯੋਗ ਹੋ ਪਿਤਾ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਇਹਨਾਂ ਬਚਨਾਂ ਵਾਸਤੇ। ਅਸੀਂ ਦੇਖਿਆ ਕਿ ਯਹੋਨਾ ਲਿਖਦਾ 14ਵੇਂ ਚੈਪਟਰ ਵਿੱਚ ਕਿ ਜੋ ਗੱਲਬਾਤ ਹੋ ਰਹੀ ਆ ਚੇਲਿਆਂ ਵਿਚਕਾਰ ਅਤੇ ਪ੍ਰਭੂ ਯਿਸੂ ਮਸੀਹ ਵਿਚਕਾਰ, ਇਹੀ ਪ੍ਰਭੂ ਜੀ ਸਾਡੇ ਮਨਾਂ ਵਿੱਚ ਵੀ ਕਈ ਵਾਰੀ ਜਦੋਂ ਅਸੀਂ ਤੁਹਾਡੇ ਵਿੱਚ ਨਹੀਂ ਸੀ ਆਉਂਦਾ ਸੀ, ਕਿਸ ਤਰ੍ਹਾਂ ਅਸੀਂ ਆਪਣੇ ਪ੍ਰਭੂ ਨੂੰ ਪਾ ਸਕਦੇ, ਕਿਸ ਤਰ੍ਹਾਂ ਅਸੀਂ ਉਸ ਰਾਹ 'ਤੇ ਚੱਲ ਕੇ ਅਸੀਂ ਤੁਹਾਡੇ ਨਾਲ ਰਿਸ਼ਤਾ ਕਾਇਮ ਕਰ ਸਕਦੇ ਹਾਂ। ਤੁਸੀਂ ਸਾਡੇ 'ਤੇ ਦਇਆ ਕੀਤੀ, ਤੁਸੀਂ ਸਾਡੇ 'ਤੇ ਵੱਡਾ, ਤੁਸੀਂ ਪ੍ਰਭੂ ਜੀ ਸਾਡੇ 'ਤੇ ਉਹ ਤੁਸੀਂ ਦਇਆ ਬਖਸ਼ੀ ਪਿਤਾ ਪਰਮੇਸ਼ਰ। ਤੁਸੀਂ ਸਾਡੇ ਵਾਸਤੇ, ਸਾਨੂੰ ਬਚਾਉਣ ਵਾਸਤੇ ਇਸ ਧਰਤੀ ਉੱਤੇ ਤੁਸੀਂ ਆਪਣਾ ਇਕਲੌਤਾ ਪੁੱਤਰ ਘੱਲਿਆ, ਤਾਂ ਕਿ ਪ੍ਰਭੂ ਜੀ ਸਿਰਫ ਉਹ ਆ ਕੇ ਸਾਡੇ ਪਾਪਾਂ ਦਾ ਵਟਾਂਦਰਾ ਕਰੇ। ਉਹ ਸਲੀਬ ਉੱਤੇ ਉਹ ਮੌਤ ਸਵੇ ਜਿਹੜੀ ਪ੍ਰਭੂ ਜੀ ਸਾਡੇ ਪਾਪਾਂ ਦਾ ਵਟਾਂਦਰਾ ਕਰਦੀ ਹੈ, ਤਾਂ ਕਿ ਅਸੀਂ ਤੁਹਾਡੇ ਨਾਲ ਰਿਸ਼ਤਾ ਕਾਇਮ ਕਰ ਸਕੀਏ। ਪਿਤਾ ਪਰਮੇਸ਼ਰ, ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ ਇਸ ਸਮੇਂ ਵਾਸਤੇ। ਮੈਂ ਤੁਹਾਡਾ ਥੈਂਕ ਯੂ ਕਰਦਾ ਪ੍ਰਭੂ ਜੀ। ਇਸ ਮੀਟਿੰਗ ਤੁਸੀਂ ਆਪਣੇ ਹੱਥਾਂ 'ਚ ਲਵੋ। ਜੋ ਵੀ ਭੈਣ ਭਾਈ ਸਾਡੇ ਨਾਲ ਜੁੜ ਰਹੇ ਪਿਤਾ ਪਰਮੇਸ਼ਰ, ਤੁਸੀਂ ਉਹਨਾਂ ਦੇ ਨਾਲ ਹੋਵੋ। ਤੁਸੀਂ ਉਹਨਾਂ ਨੂੰ ਦਿਲਾਂ ਨੂੰ ਹਿਲਾਓ, ਦਿਨਾਂ ਨੂੰ ਜਾਂਚ ਕਰੋ, ਤਾਂ ਕਿ ਸਾਨੂੰ ਸੁਣਨ ਵਾਲੇ ਕੰਨ ਦਿਓ ਪਿਤਾ ਪਰਮੇਸ਼ਰ। ਜੋ ਤੁਸੀਂ ਸਾਡੇ ਵਾਸਤੇ ਅੱਜ ਬਚਨ ਠਹਿਰਾਇਆ ਹੋਇਆ, ਅਸੀਂ ਸਾਡੇ ਸੁਣੀਏ ਪ੍ਰਭੂ ਜੀ, ਤੁਹਾਡੇ ਬਚਨ ਨੂੰ ਕਬੂਲ ਕਰੀਏ, ਤਾਂ ਕਿ ਪ੍ਰਭੂ ਜੀ ਆਉਣ ਵਾਲੇ ਹਫ਼ਤੇ ਵਿੱਚ ਅਸੀਂ ਤੁਹਾਡੇ ਵਿੱਚ ਹੋਰ ਤਕੜੇ ਅਤੇ ਮਜ਼ਬੂਤ ਹੋਈਏ ਪਿਤਾ ਪਰਮੇਸ਼ਰ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਮੰਡਲੀ ਵੱਲੋਂ ਮਾਫੀ ਦੀ ਪਿਤਾ। ਅਸੀਂ ਇਸ ਹਫ਼ਤੇ ਜਿੱਦਾਂ ਵੀ ਆਪਣੀਆਂ ਸੋਚਾਂ ਵਿੱਚ, ਆਪਣੀਆਂ ਕੰਮਾਂ ਵਿੱਚ ਤੁਹਾਨੂੰ ਪ੍ਰਭੂ ਜੀ ਤੁਹਾਡੇ ਨਾਮ ਨੂੰ ਅਸੀਂ ਨੀਵਾਂ ਠਹਿਰਾਇਆ, ਸਾਨੂੰ ਤੁਸੀਂ ਮਾफ़ ਕਰੋ ਅਤੇ ਸਾਨੂੰ ਤੁਸੀਂ ਤਾਕਤ ਬਖਸ਼ੋ, ਤਾਂ ਕਿ ਅਸੀਂ ਇਸ ਹਫ਼ਤੇ ਵਿੱਚ ਤੁਹਾਡੇ ਨਾਲ ਚੱਲ ਸਕੀਏ। ਤੁਹਾਡੇ ਨਾਲ ਜੋ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਤੁਸੀਂ ਜੀਵਨ ਜਿਉਣਾ ਚਾਹੁੰਦੇ ਸਨ, ਉੱਦਾਂ ਹੀ ਅਸੀਂ ਜੀਵਨ ਬਤੀਤ ਕਰੀਏ ਪਿਤਾ ਪਰਮੇਸ਼ਰ। ਪ੍ਰਾਰਥਨਾ ਕਰਦਾ ਪਿਤਾ ਜੀ ਇਸ ਦੁਨੀਆ 'ਤੇ ਜੋ ਸਮਾਂ ਚੱਲ ਰਿਹਾ ਇਸ ਕੋਵਿਡ ਦਾ, ਪਰ ਥੈਂਕ ਯੂ ਕਰਦਾ ਪਿਤਾ ਪਰਮੇਸ਼ਰ ਜੋ ਵੈਕਸੀਨੇਸ਼ਨ ਦੀ ਨਿਊਜ਼ ਆਈ ਆ ਕਿ ਵੈਕਸੀਨੇਸ਼ਨ ਜਿਹੜੀ ਪ੍ਰੋਡਿਊਸ ਹੋਈ ਆ, ਪਰ ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ਰ ਕਿ ਇਹ ਸਭ ਸੇਫ ਹੋਵੇ, ਇਸ ਵੈਕਸੀਨੇਸ਼ਨ ਦਾ ਕੋਈ ਸਾਈਡ ਇਫੈਕਟ ਨਾ ਹੋਵੇ, ਅਤੇ ਜਿਨ੍ਹਾਂ ਨੂੰ ਜ਼ਰੂਰਤ ਆ ਪਿਤਾ ਪਰਮੇਸ਼ਰ ਉਹਨਾਂ ਤੱਕ ਇਹ ਵੈਕਸੀਨੇਸ਼ਨ ਜਲਦੀ ਪਹੁੰਚ ਸਕੇ। ਬਾਕੀ ਪਿਤਾ ਪਰਮੇਸ਼ਰ ਇਸ ਸਮੇਂ ਨੂੰ ਤੁਸੀਂ ਹੱਥਾਂ 'ਚ ਲਵੋ। ਇਹ ਅਪਰਚੁਨਿਟੀ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਅਸੀਂ ਲੋਕ ਜਾਣ ਸਕਣ ਕਿ ਇਸ ਮਹਾਂਮਾਰੀ ਦੇ ਰਹਿੰਦੇ ਉਹਨਾਂ ਨੂੰ ਵੀ ਇੱਕ ਜਿਉਂਦੇ ਪਰਮੇਸ਼ਰ ਦੀ ਲੋੜ ਆ, ਉਹਨਾਂ ਨੂੰ ਵੀ ਤੁਹਾਡੇ ਨਾਲ ਰਿਸ਼ਤਾ ਕਾਇਮ ਕਰਨ ਦੀ ਲੋੜ ਆ। ਕਿਸੇ ਨਾ ਕਿਸੇ ਤਰੀਕੇ ਪਿਤਾ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਨੂੰ ਯੂਜ਼ ਕਰੋ, ਇਸਤੇਮਾਲ ਕਰੋ, ਤਾਂ ਕਿ ਜਿਹੜੇ ਗਵਾਚੇ ਲੋਕ ਆ ਇਸ ਮੁਲਕ ਵਿੱਚ ਜਾਂ ਇਸ ਸੰਸਾਰ ਦੇ ਵਿੱਚ, ਤੁਸੀਂ ਪ੍ਰਭੂ ਜੀ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਓ ਪਿਤਾ ਪਰਮੇਸ਼ਰ। ਬਾਕੀ ਇਸ ਮੰਡਲੀ ਦੀਆਂ ਲੋੜਾਂ ਜ਼ਰੂਰਤਾਂ, ਜਿਹੜੀਆਂ ਮੀਟਿੰਗਾਂ ਅਸੀਂ ਔਨਲਾਈਨ ਕਰਦੇ ਹਾਂ, ਜਿਹੜੇ ਇਸ ਮੰਡਲੀ ਦੇ ਆਗੂ ਆ, ਜਿਹੜੇ ਚਲਾਉਂਦੇ ਆ ਮੀਟਿੰਗਾਂ ਦੇ, ਤੁਸੀਂ ਨਾਲ ਹੋਵੇ ਪਿਤਾ ਪਰਮੇਸ਼ਰ। ਉਹਨਾਂ ਨੂੰ ਬੁੱਧੀ ਬਖਸ਼ੋ, ਤਾਂ ਕਿ ਪ੍ਰਭੂ ਜੀ ਜਿੱਦਾਂ ਵੀ ਸਮਾਂ ਚੱਲ ਰਿਹਾ, ਸਾਨੂੰ ਤੁਸੀਂ ਉਹ ਤੁਹਾਡੇ ਨਾਲ ਜੋੜਦੇ ਆ ਮੀਟਿੰਗਾਂ ਦੇ ਵਿੱਚ ਔਨਲਾਈਨ ਜ਼ੂਮ ਦੇ ਦੁਆਰਾ। ਬਾਕੀ ਪ੍ਰਭੂ ਜੀ ਪ੍ਰਾਰਥਨਾ ਕਰਦਾ ਜਿਹੜੇ ਇਸ ਟਾਈਮ ਲੋਕ ਬਿਮਾਰ ਆ, ਅੰਕਲ ਹਰਭਜਨ ਦੇ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਜਿਹੜੇ ਉਹਨਾਂ ਦਾ ਆਪਰੇਸ਼ਨ ਹਰਨੀਆਂ ਦਾ ਠੀਕ ਠਾਕ ਹੋਇਆ, ਉਹਨਾਂ ਨੂੰ ਤੁਸੀਂ ਰਿਕਵਰੀ ਦਿਓ। ਮਾਈਕਲ ਗੀਤਾ ਦੇ ਬ੍ਰਦਰ ਵਾਸਤੇ, ਉਹਨਾਂ ਦੀ ਰਿਕਵਰੀ ਵਾਸਤੇ ਪ੍ਰਾਰਥਨਾ ਕਰਦੇ ਹਾਂ। ਵਿਜੇ ਪਾਸਟਰ ਦੇ ਕਜ਼ਨ ਵਾਸਤੇ ਤੁਸੀਂ ਉਹਨਾਂ ਦੇ ਨਾਲ ਹੋਏ ਪਿਤਾ ਪਰਮੇਸ਼ਰ। ਪ੍ਰਾਰਥਨਾ ਕਰਦੇ ਹਾਂ ਅੰਕਲ ਨਿਰੰਜਨ ਦੇ ਬ੍ਰਦਰ ਵਾਸਤੇ, ਅਸੀਂ ਲਗਾਤਾਰ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆ ਰਹੇ ਪਿਤਾ ਪਰਮੇਸ਼ਰ। ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਰੀਰਕ ਸ਼ਿਫਾ ਦੇ ਰਹੇ ਹੋ, ਤੁਸੀਂ ਪਰ ਸਾਡੀ ਪ੍ਰਾਰਥਨਾ ਤੁਸੀਂ ਪ੍ਰਭੂ ਜੀ ਉਹਨਾਂ ਨੇ ਰੂਹਾਨੀਅਤ ਨੂੰ ਵੀ ਜਗਾਓ। ਤੁਸੀਂ ਪ੍ਰਭੂ ਜੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਿਤਾ ਪਰਮੇਸ਼ਰ ਤੁਸੀਂ ਆਪਣੇ ਉਹਨਾਂ ਨੂੰ ਕੋਲ ਲੈ ਕੇ ਆਓ। ਅਨੀਟਾ ਵਾਸਤੇ ਪ੍ਰਾਰਥਨਾ ਕਰਦੇ, ਉਹਨਾਂ ਦੇ ਦਾਂਤੇ ਬੱਚੇ ਜਿਹੜਾ ਸਰਜਰੀ ਹੋਈ ਪਿਤਾ ਪਰਮੇਸ਼ਰ, ਉਹਨਾਂ ਦੇ ਉਹਦੀ ਸ਼ਿਫਾ ਵਾਸਤੇ ਪ੍ਰਾਰਥਨਾ ਮੰਗਦੇ ਪਿਤਾ ਪਰਮੇਸ਼ਰ। ਬਾਕੀ ਅਰਨ ਵਾਸਤੇ ਪ੍ਰਾਰਥਨਾ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ। ਜਿਸ ਤਰ੍ਹਾਂ ਉਹਨਾਂ ਦੇ ਕੋਵਿਡ ਵੀ ਸੀਗੀ, ਇਹਨਾਂ ਨੂੰ ਲੀਵਰ ਟ੍ਰਾਂਸਪਲਾਂਟ ਵੀ ਹੋਇਆ ਪਿਤਾ ਪਰਮੇਸ਼ਰ, ਤੁਸੀਂ ਉਹਨਾਂ ਨੇ ਸ਼ਿਫਾ ਦਿਓ, ਤੁਸੀਂ ਉਹਨਾਂ ਨੂੰ ਸੰਪੂਰਨ। ਥੈਂਕ ਯੂ ਕਰਦੇ ਹਾਂ ਅੰਕਲ ਸਰੀਟਾ ਸੋਢੀ ਦੀ ਡੋਟਰ ਵਾਸਤੇ, ਜਿਹੜੀ ਉਹਨਾਂ ਦੇ ਟੈਰੀਬਲ ਕੌਫ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ, ਤੁਸੀਂ ਦੇ ਨਾਲ ਹੋ, ਤੁਸੀਂ ਉਹਨੂੰ ਠੀਕ ਕਰੋ ਪਿਤਾ ਜੀ। ਬਾਕੀ ਇੱਕ ਵਾਰੀ ਫੇਰ
ਅਸੀਂ ਪ੍ਰਾਰਥਨਾ ਕਰਦੇ ਕਿ ਜੋ ਵੀ ਅੱਜ ਦਾ ਵਚਨ ਠਹਿਰਾਇਆ ਪਿਤਾ ਪਰਮੇਸ਼ਵਰ, ਸਾਡੇ ਤੁਸੀਂ ਦਿਲਾਂ ਨੂੰ ਤਿਆਰ ਕਰੋ, ਸਾਡੇ ਤੁਸੀਂ ਕੰਨਾਂ ਨੂੰ ਤਿਆਰ ਕਰੋ, ਤਾਂ ਕਿ ਅਸੀਂ ਸੁਣੀਏ ਤੁਹਾਡੇ ਵਚਨਾਂ 'ਚ, ਤੁਹਾਡੇ ਪ੍ਰਭੂ ਜੀ ਤੁਹਾਡੀ ਵਚਨਾਂ ਦੀ ਅਸੀਂ ਭਾਲ ਕਰ ਸਕੀਏ ਆਪਣੀ ਜ਼ਿੰਦਗੀਆਂ ਵਿੱਚ ਪਿਤਾ ਪਰਮੇਸ਼ਵਰ। ਸਾਰਾ ਕੁਛ ਪ੍ਰਭੂ ਜੀ ਇਸ ਮੰਡਲੀ ਤੁਹਾਡੇ ਹੱਥਾਂ ਦਿੰਦੇ ਹਾਂ, ਤੁਹਾਨੂੰ ਇਸ ਮੀਟਿੰਗ ਨੂੰ ਹੁਣ ਤੁਹਾਡੇ ਹੱਥਾਂ ਦਿੰਦੇ ਹਾਂ ਪਿਤਾ ਪਰਮੇਸ਼ਵਰ। ਇਹ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਨਾਮ 'ਚ ਮੰਗਦੇ ਹਾਂ, ਆਮੀਨ। ਆਓ ਹੁਣ ਇਸ ਹਫਤੇ ਦੇ ਜੋ ਨੋਟਿਸਿਸ ਇਸ ਚਰਚ ਦੇ ਉਹਦੇ ਵੱਲ ਚੱਲਦੇ ਹਾਂ। ਅੱਜ ਸ਼ਾਮ ਦੀ ਮੀਟਿੰਗ ਹੋਵੇਗੀ 5 ਵਜੇ ਜ਼ੂਮ ਦੇ ਉੱਤੇ। ਜਿਸ ਤਰ੍ਹਾਂ ਹੁਣ ਸੈਕਿੰਡ ਲੋਕਡਾਊਨ ਚੱਲ ਰਿਹਾ, ਲੋਕਡਾਊਨ ਖੁੱਲ੍ਹੇਗਾ ਦੁਬਾਰਾ 2 ਦਸੰਬਰ ਨੂੰ, ਪਰ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਪਣੀ ਇਸ ਮੰਡਲੀ ਵਿੱਚ ਅਗਲੀ ਮੀਟਿੰਗ ਹੋਵੇਗੀ 6 ਦਸੰਬਰ ਨੂੰ। ਪਰ ਜਦ ਤੱਕ ਇਹ ਸੈਕਿੰਡ ਲੋਕਡਾਊਨ ਚੱਲ ਰਿਹਾ, ਅਸੀਂ 5 ਵਜੇ ਸੰਡੇ ਸ਼ਾਮੀ ਮੀਟਿੰਗ ਕਰਦੇ ਆ ਰਹੇ ਹਾਂ। ਸੋ ਕਿਰਪਾ ਕਰਕੇ ਤੁਸੀਂ ਆਓ ਇਸ ਮੀਟਿੰਗ ਵਿੱਚ। ਸਿਰਫ 1 ਘੰਟੇ ਦੀ ਮੀਟਿੰਗ ਹੁੰਦੀ ਇਹ। ਟਿਊਜ਼ਡੇ ਵਾਲੇ ਦਿਨ 7 ਵਜੇ ਜਿਸ ਤਰ੍ਹਾਂ ਪੰਜਾਬੀ ਭੈਣਾਂ ਭਾਈਆਂ ਵਾਸਤੇ ਪ੍ਰੇਅਰ ਮੀਟਿੰਗ ਹੁੰਦੀ ਆ। ਵੈਨਸਡੇ ਵਾਲੇ ਦਿਨ 7 ਵਜੇ ਇੰਗਲਿਸ਼ ਸਪੀਕਰਸ ਵਾਸਤੇ ਪ੍ਰੇਅਰ ਮੀਟਿੰਗ ਹੁੰਦੀ ਆ। ਫਰਾਈਡੇ ਵਾਲੇ ਦਿਨ 6 ਵਜੇ ਸੰਡੇ ਸਕੂਲ ਹੁੰਦਾ। ਸੋ ਮਾਪਿਆਂ ਨੂੰ ਖਾਸ ਕਰਕੇ ਅਸੀਂ ਇਨਕਰੇਜ ਕਰਦੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ। ਅਤੇ ਫਿਰ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਅਗਲੇ ਸੰਡੇ ਇਸੇ ਮੀਟਿੰਗ ਵਿੱਚ 11 ਵਜੇ ਇਕੱਠੇ ਹੋਵਾਂਗੇ ਅਤੇ ਸ਼ਾਮੀ 5 ਵਜੇ ਫਿਰ ਔਨਲਾਈਨ ਮੀਟਿੰਗ ਹੋਵੇਗੀ। ਅਤੇ ਹੁਣ ਬਾਈਬਲ ਰੀਡਿੰਗ ਹੋਵੇਗੀ। ਅੱਜ ਦਾ ਵਚਨ ਲਿਆ ਗਿਆ ਹੈ ਕੂਚ ਦੀ ਕਿਤਾਬ, ਉਹਦਾ 3 ਅਧਿਆਇ 1 ਤੋਂ 15 ਤੱਕ। ਜੇਕਰ ਮੈਂ ਫਿਰ ਦੱਸਦਾ, ਕੂਚ ਦੀ ਕਿਤਾਬ ਪੁਰਾਣੇ ਨਿਯਮ ਦੇ ਵਿੱਚੋਂ ਉਹਦਾ 3 ਅਧਿਆਇ 1 ਤੋਂ 15 ਤੱਕ। ਅਤੇ ਮੈਂ ਇਸ ਤਰ੍ਹਾਂ ਪੜ੍ਹਦਾ ਹਾਂ। ਮੂਸਾ ਆਪਣੇ ਸਹੁਰੇ ਯਿਥਰੋ ਮਿਦਿਆਨੀ ਪੁਜਾਰੀ ਦੇ ਇੱਜੜ ਨੂੰ ਚਾਰਦਾ ਸੀ। ਉਸਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ਰ ਦੇ ਪਹਾੜ ਹੋਰੇਬ ਦੇ ਕੋਲ ਆਇਆ। ਤਾਂ ਯਹੋਵਾ ਦੇ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਨ ਦਿੱਤਾ। ਜਾਂ ਉਸ ਨੇ ਠਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ, ਪਰ ਝਾੜੀ ਭਸਮ ਨਹੀਂ ਹੁੰਦੀ ਸੀ। ਤਾਂ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਦੀ ਹੋ ਕੇ ਜਾਵਾਂਗਾ ਔਰ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਇਹ ਝਾੜੀ ਨਹੀਂ ਸੜਦੀ। ਤਾਂ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ, ਤਾਂ ਪਰਮੇਸ਼ਵਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, ਹੇ ਮੂਸਾ, ਹੇ ਮੂਸਾ। ਤਾਂ ਉਸ ਆਖਿਆ, ਮੈਂ ਹਾਜ਼ਰ ਹਾਂ। ਫਿਰ ਉਹ ਆਖਿਆ, ਇੱਧਰ ਨੇੜੇ ਨਾ, ਆਪਣੇ ਪੈਰਾਂ ਦੀ ਜੁੱਤੀ ਲਾਹ ਦੇ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜਾ ਹੈ ਪਵਿੱਤਰ ਭੂਮੀ ਹੈ। ਨਾਲੇ ਉਸ ਆਖਿਆ, ਮੈਂ ਤੇਰੇ ਪਿਤਾ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ ਹਾਂ ਅਤੇ ਯਾਕੂਬ ਦਾ ਪਰਮੇਸ਼ਵਰ ਹਾਂ। ਮੂਸਾ ਨੇ ਆਪਣਾ ਮੂੰਹ ਢੱਕ ਲਿਆ, ਕਿਉਂ ਜੋ ਉਹ ਪਰਮੇਸ਼ਵਰ ਵੱਲ ਵੇਖਣ ਤੋਂ ਡਰਦਾ ਸੀ। ਯਹੋਵਾ ਨੇ ਆਖਿਆ, ਮੈਂ ਆਪਣੀ ਪ੍ਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚਮੁੱਚ ਵੇਖਿਆ ਹੈ, ਔਰ ਉਹਨਾਂ ਦੀ ਦੁਹਾਈ ਜੋ ਉਹਨਾਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ। ਕਿਉਂ ਜੋ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਹਾਂ ਅਤੇ ਮੈਂ ਉਤਰਿਆ ਹਾਂ, ਤਾਂ ਜੋ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ, ਜਿਹੜੀ ਜਿੱਥੇ ਦੁੱਧ ਔਰ ਸ਼ਹਿਦ ਵਗਦਾ ਹੈ, ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹੇਵੀਆਂ ਔਰ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ। ਸੋ ਹੁਣ ਵੇਖ, ਇਸਰਾਏਲੀਆਂ ਦੀ ਦੁਹਾਈ ਮੇਰੇ ਤੀਕ ਅਪੜੀ ਅਤੇ ਮੈਂ ਉਸ ਹਨੇਰ ਨੂੰ ਵੀ ਜੋ ਮਿਸਰੀਆਂ ਉੱਤੇ ਕਰਦੇ ਹਨ ਠਿੱਠਾ। ਹੁਣ ਤੂੰ ਆ, ਮੈਂ ਤੈਨੂੰ ਫਿਰੌਣ ਕੋਲ ਘੱਲਾਂਗਾ, ਤਾਂ ਜੋ ਤੂੰ ਮੇਰੀ ਪ੍ਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ। ਤਾਂ ਮੂਸਾ ਨੇ ਪਰਮੇਸ਼ਰ ਨੂੰ ਆਖਿਆ, ਮੈਂ ਕੌਣ ਹਾਂ ਜੋ ਮੈਂ ਫਿਰੌਣ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ। ਉਹ ਆਖਿਆ, ਮੈਂ ਤੇਰੇ ਨਾਲ ਹੋਵਾਂਗਾ ਅਤੇ ਤੇਰੇ ਲਈ ਇਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ ਪਈ। ਜਦ ਤੂੰ ਇਸ ਪ੍ਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਾਂ ਤੁਸੀਂ ਇਸ ਪਹਾੜ ਉੱਤੇ ਪਰਮੇਸ਼ਰ ਦੀ ਉਪਾਸਨਾ ਕਰੋਗੇ। ਫਿਰ ਮੂਸਾ ਨੇ ਪਰਮੇਸ਼ਰ ਨੂੰ ਆਖਿਆ, ਵੇਖ, ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਔਰ ਉਹਨਾਂ ਨੂੰ ਆਖਾਂ ਪਈ ਤੁਹਾਡੇ ਪਿਓ ਦਾਦੇ ਦੇ ਪਰਮੇਸ਼ਰ ਨੇ
ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਉਹ ਮੈਨੂੰ ਆਖਣਗੇ, ਭਾਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਹਨਾਂ ਨੂੰ ਕੀ ਦੱਸਾਂ? ਪਰਮੇਸ਼ਵਰ ਨੇ ਮੂਸਾ ਨੂੰ ਆਖਿਆ, ਮੈਂ ਹਾਂ ਜੋ ਮੈਂ ਹਾਂ, ਅਤੇ ਤੂੰ ਇਸਰਾਏਲੀਆਂ ਨੂੰ ਇਉਂ ਆਖੀ ਕਿ ਮੈਂ ਹਾਂ, ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਪਰਮੇਸ਼ਵਰ ਨੇ ਮੂਸਾ ਨੂੰ ਹੋਰ ਇਹ ਆਖਿਆ, ਤੂੰ ਇਸਰਾਏਲੀਆਂ ਨੂੰ ਇਉਂ ਆਖੀ ਕਿ ਯਹੋਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਵਰ, ਅਬਰਾਹਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਔਰ ਯਾਕੂਬ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਪ ਕਾਲ ਤੋਂ ਮੇਰਾ ਇਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਇਹੋ ਹੀ ਯਾਦਗਾਰੀ ਹੈ। ਆਮੀਨ। ਸਾਓ ਇਸ ਤੋਂ ਪਹਿਲਾਂ ਦਾਸ ਆਪਣੇ ਲੱਗੇ ਵਚਨ ਸ਼ੇਅਰ ਕਰੇ। ਆਪਾਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ, ਜੋ ਕਿ ਇਸ ਸਕਰੀਨ 'ਤੇ ਆਵੇਗਾ। ਆਓ ਰਲ ਕੇ ਇਸ ਗੀਤ ਨੂੰ ਗਾਈਏ। How long? Oh, church, arise and put your armor on. Hear the call of Christ our captain. For now the weak can say that they are strong in the strength that God has given. With shield of faith and belt of truth, we'll stand against the devil's lines. An army bold, whose battle cry is love, reaching out to those in darkness. A call to war, to love the captive soul, but to rage against the captor, and with the sword that makes the wounded whole, we will fight with faith and valor. When facing trials on every side, we know the outcome is secure, and Christ will have the prize for which he died, an inheritance of nations. Come see the cross, where love and mercy meet, as the Son of God is stricken, and see his foes lie crushed beneath his feet, for the conqueror has risen. And as the stone is rolled away, and Christ emerges from the grave, this victory march continues till the day every eye and heart will see him. So Spirit come, put strength in every stride, give grace to every hurdle, that we may run with faith to win the prize of a good and faithful servant. As saints of old still line the way, retelling triumphs of his grace, we hear the calls and hunger for the day when with Christ we stand in glory.
This morning, I want to begin a new series. I want to look at the 7 I am sayings of Christ that are found in the Gospel of John. ਅੱਜ ਸਵੇਰੇ ਅਸੀਂ ਨਵਾਂ ਮਜ਼ਮੂਨ ਸ਼ੁਰੂ ਕਰਨਾ ਹੈਗਾ। ਪਰਮੇਸ਼ਰ ਨੇ ਜਦੋਂ ਕਿਹਾ ਹੈਗਾ ਕਿ ਮੈਂ ਹਾਂ, ਯੂਹੰਨਾ ਦੀ ਇੰਜੀਲ ਦੇ ਵਿੱਚ 7 ਦਫਾ ਪ੍ਰਭੂ ਨੇ ਇਹ ਵਾਕਿਆ ਬੋਲਿਆ। It's something we looked at a number of years ago. ਕੁਝ ਸਾਲ ਪਹਿਲਾਂ ਅਸੀਂ ਦੇਖਿਆ ਸੀਗਾ ਇਹਨੂੰ। John's Gospel is different to the other Gospels. ਯੂਹੰਨਾ ਦੀ ਇੰਜੀਲ ਦੂਸਰੀ ਇੰਜੀਲਾਂ ਨਾਲੋਂ ਬਹੁਤ ਫਰਕ ਹੈਗੀ ਆ। John is writing his Gospel for a particular purpose. ਯੂਹੰਨਾ ਕਿਸੇ ਖਾਸ ਗੱਲ ਦੇ ਲਈ ਆਪਣੀ ਇੰਜੀਲ ਲਿਖ ਰਿਹਾ ਹੈਗਾ। In John chapter 20 and verse 31, ਯੂਹੰਨਾ 20 ਚੈਪਟਰ 31 ਆਇਤ ਵਿੱਚ he says that these things are written that you may believe that Jesus is the Christ, the Son of God, and that you believe, that believing you may have life in his name. लेकिन ये इसलिए लिखी गई कि तुम ईमान लाओ कि यीशु ही खुदा का बेटा मसीह है और ईमान लाकर उसके नाम से ज़िंदगी पाओ। John wrote the Gospel to demonstrate that Jesus is not just a good man. यूहन्ना ने इंजील लिखी इस करके ਇਹ ਨਹੀਂ ਸਿਰਫ ਦੱਸਣ ਦੇ ਲਈ ਕਿ ਪ੍ਰਭੂ ਯੀਸ਼ੂ ਮਸੀਹ ਇੱਕ ਅੱਛੇ ਇਨਸਾਨ ਸੀਗੇ, that he was not just a prophet, ਨਾ ਸਿਰਫ ਨਬੀ ਸੀਗੇ as Muslims say, ਜਿਹਦਾ ਮੁਸਲਮਾਨ ਕਹਿੰਦੇ ਆ, that he was not just a miracle worker, ਨਾ ਪ੍ਰਭੂ ਯੀਸ਼ੂ ਮਸੀਹ ਸਿਰਫ ਇੱਕ ਅੱਛੇ ਮੌਜਜ਼ਾ ਕਰਨ ਵਾਲੇ ਇਨਸਾਨ that ਸੀਗੇ, he was not just someone who helped people, ਨਾ ਸਿਰਫ ਵੈਸੇ ਸੀਗੇ ਕਿ ਲੋਕਾਂ ਦੀ ਮਦਦ ਕਰਦੇ ਸੀਗੇ, that he was not just a good teacher, ਨਾ ਸਿਰਫ ਇੱਕ ਅੱਛੇ ਸਿੱਖਿਆ ਦੇਣ ਵਾਲੇ ਸੀਗੇ, that he wasn't even just a perfect man. ਇੱਕ ਸੰਪੂਰਨ ਇਨਸਾਨ ਵੀ ਨਹੀਂ ਸੀਗੇ ਪ੍ਰਭੂ ਯੀਸ਼ੂ ਮਸੀਹ। John's purpose is to demonstrate that Jesus is the Son of God. ਯੂਹੰਨਾ ਦਾ ਮਤਲਬ ਹੈ ਲਿਖਣ ਨੂੰ ਸਾਨੂੰ ਦੱਸਣ ਦੇ ਲਈ ਕਿ ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ, That he is the second person of the Trinity, ਤ੍ਰਿਉਂਤਾ ਦੇ ਵਿੱਚ ਦੂਸਰਾ ਇਨਸਾਨ ਹੈਗਾ, and that he is God in the flesh. ਖੁਦ ਪਰਮੇਸ਼ਵਰ ਦੇ ਤਾਰੀ ਹੋ ਕੇ ਆਇਆ। That's why he opens up the book in John chapter 1 and verse 1 ਇਸ ਕਰਕੇ ਯੂਹੰਨਾ ਦੀ ਇੰਜੀਲ ਜਦੋਂ ਅਸੀਂ ਪੜ੍ਹਦੇ ਹਾਂ, ਯੂਹੰਨਾ ਪਹਿਲਾ ਚੈਪਟਰ ਪਹਿਲੀ ਆਇਤ ਦੇ ਵਿੱਚ by saying that Jesus was the Word and the Word was made flesh, it goes on to say later. ਪ੍ਰਭੂ ਯੀਸ਼ੂ ਮਸੀਹ ਵਚਨ ਸੀਗਾ ਔਰ ਵਚਨ ਦੇ ਤਾਰੀ ਹੋਇਆ। ਅੱਗੇ ਚੱਲ ਕੇ ਸਾਨੂੰ ਪਤਾ ਚੱਲਦਾ So John's objective ਯੂਹੰਨਾ ਦਾ ਮਕਸਦ is to show that Jesus is God in the flesh, ਦੱਸਣਾ ਕਿ ਪ੍ਰਭੂ ਯੀਸ਼ੂ ਮਸੀਹ ਜਿਸਮ ਵਿੱਚ ਪਰਮੇਸ਼ਵਰ ਹੈ, who lived a perfect life on our behalf, ਸਾਡੇ ਵੱਲੋਂ ਉਹਨਾਂ ਨੇ ਸੰਪੂਰਨ ਜ਼ਿੰਦਗੀ ਗੁਜ਼ਾਰੀ, who died our death, ਸਾਡੇ ਬਦਲੇ ਮੌਤ ਮਰ ਗਏ, who took our punishment. ਸਾਡੀ ਸਜ਼ਾ ਉਹਨਾਂ ਨੇ ਆਪਣੇ ਉੱਤੇ ਲੈ ਲਈ। When you go to the supermarket, ਜਦੋਂ ਅਸੀਂ ਬਾਜ਼ਾਰ ਨੂੰ ਜਾਂਦੇ ਹਾਂ, ਦੁਕਾਨਾਂ ਨੂੰ, you get a receipt like this ਸਾਨੂੰ ਰਸੀਦ ਮਿਲਦੀ ਹੈਗੀ ਆ with the items that you have bought and then the prices are next to it. ਜਿਹੜੀ ਚੀਜ਼ਾਂ ਖਰੀਦੀਆਂ ਹੁੰਦੀਆਂ ਉਹ ਲਿਖੀਆਂ ਹੁੰਦੀਆਂ, ਉਹਦੇ ਨਾਲ ਫਿਰ ਕੀਮਤ ਲਿਖੀ ਹੁੰਦੀ ਕਿੰਨੇ ਦੀ ਖਰੀਦੀ ਆ। So you might have 6 apples that cost £1.50, ਮਿਸਾਲ ਦੀ ਤੌਰ ਤੇ ਤੁਸੀਂ 6 ਸੇਬ ਖਰੀਦੇ ਹੈਗੇ ਆ £1.5 ਦੇ, a chicken that might cost £4, ਮੁਰਗੀ ਖਰੀਦੀ ਆ £4 ਦੀ, bananas that might cost £1, ਕੇਲੇ ਖਰੀਦੇ ਹੈਗੇ £1 ਦੇ, a shampoo that I don't need that might cost about £1.50. ਸ਼ੈਂਪੂ ਵੀ ਜਿਹੜਾ ਭਾਈ ਜੋਜ ਵਰਤਾ ਤਾਂ ਨਹੀਂ ਹੈਗਾ, ਪਰ ਜੇ ਲੈਂਦਾ ਹੋਵੇ ਤਾਂ £1.5 ਦਾ ਸ਼ੈਂਪੂ ਹੋ ਸਕਦਾ ਹੈਗਾ, Milk, which is £1.20. £1.20 ਦਾ ਦੁੱਧ ਹੈਗਾ। And the list goes on and on and on. ਲਿਸਟ ਅੱਗੇ ਤੋਂ ਅੱਗੇ ਵੱਧਦੀ ਆ। And then at the bottom of it, ਥੱਲੇ ਚੱਲ ਕੇ you have the grand total, the Fif- subtotal. ਫਿਰ ਕੁੱਲ ਜੋੜ ਹੁੰਦਾ, And it tells you that it cost £80 or whatever it is. ਫਿਰ ਲਿਖਿਆ ਕਿ £80 ਜਾਂ ਜਿੰਨੇ ਮਰਜ਼ੀ ਪੈਸੇ ਤੁਹਾਡੇ ਲੱਗੇ ਹੈਗੇ ਸਮਾਨ ਖਰੀਦਣ ਨੂੰ। Just imagine ਸੋਚੋ there's a list of the price that we have to pay for our sins. ਸੋਚੋ ਇਸੀ ਤਰ੍ਹਾਂ ਇੱਕ ਲਿਸਟ ਹੈਗੀ ਆ, ਜੇ ਤੇ ਲਿਖਿਆ ਹੈਗਾ ਕਿ ਸਾਡੇ ਅਸੀਂ ਜਿਹੜੇ ਪਾਪ ਕੀਤੇ ਹੈਗੇ ਆ ਉਹਦੀ ਕਿੰਨੀ ਕੀਮਤ ਹੈਗੀ, ਉਹਦੇ ਨਾਲ ਲਿਖੀ So ਹੋਵੇ। it says unrighteous anger. ਨਾਰਾਸਤ ਗੁੱਸਾ, It says unforgiveness, ਔਰ ਤੁਸੀਂ ਜਦੋਂ ਕਿਸੇ ਨੂੰ ਮਾਫ ਨਹੀਂ ਕਰਦੇ, rejection of God, ਪਰਮੇਸ਼ਰ ਦਾ ਇਨਕਾਰ ਕਰਨਾ, coveting, ਲਾਲਚ ਕਰਨਾ, envy, ਈਰਖਾ ਕਰਨੀ, being unloving, ਕਿਸੇ ਦੇ ਨਾਲ ਪਿਆਰ ਨਹੀਂ ਦਿਖਾਣਾ, unmerciful, ਦਇਆ ਨਹੀਂ ਦਿਖਾਣੀ, lust, ਸਵਾਰਥਾ, gossip, hate, backbiting. ਕਿਸੇ ਦੇ ਪਿੱਛੇ ਪਿੱਠ ਪਿੱਛੇ ਚੁਗਲੀ ਕਰਨੀ, ਝੂਠ ਬੋਲਣਾ, ਗਲਤ ਸੋਚਣਾ। And at the bottom of it ਥੱਲੇ ਚੱਲ ਕੇ is the grand total, ਕੁੱਲ ਕੀਮਤ ਲਿਖੀ ਹੈਗੀ ਆ, the price that you have to pay for your sin. ਤੁਹਾਨੂੰ ਤੁਹਾਡੇ ਪਾਪ ਦੀ
ਕਿੰਨੀ ਕੀਮਤ ਦੇਣੀ ਪੈਣੀ ਆ, our punishment. ਸਾਡੀ ਸਜ਼ਾ। But then just imagine ਸੋਚੋ that someone comes ਕੋਈ ਆਉਂਦਾ, and let's say your bill is like £1,000. ਫਰਜ਼ ਕਰੋ ਤੁਹਾਡਾ ਬਿੱਲ ਬਣੇਗਾ 1000 ਪਾਉਂਡ ਦਾ। And a stranger comes and they see that you're in distress ਇੱਕ ਪਰਦੇਸੀ ਆਉਂਦਾ, ਉਹ ਦੇਖਦਾ ਕਿ ਤੁਸੀਂ ਬੜੇ ਵਿਆਕੁਲ ਹੈਗੇ ਆ, ਬੜੇ ਪਰੇਸ਼ਾਨ ਹੈਗੇ ਆ, because you can't pay the price for your sins, ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਕੀਮਤ ਚੁਕਾਉਣ ਨੂੰ। and they offer to pay it. ਉਹ ਕਹਿੰਦੇ ਕੋਈ ਨਹੀਂ, ਮੈਂ ਪੈਸੇ ਦੇਣਾ। That is exactly what Jesus has done. ਬਿਲਕੁਲ ਇਹੀ ਪ੍ਰਭੂ ਯੀਸ਼ੂ ਮਸੀਹ ਨੇ ਕੀਤਾ। He paid your bill, ਪ੍ਰਭੂ ਯੀਸ਼ੂ ਮਸੀਹ ਨੇ ਤੁਹਾਡਾ ਬਿੱਲ ਅਦਾ ਕਰ ਦਿੱਤਾ, grand total, ਕੁੱਲ ਕੀਮਤ ਚੁਕਾਤੀ, the price for our sin. ਸਾਡੇ ਪਾਪਾਂ ਦੀ ਕੀਮਤ। And at the bottom of the receipt, ਰਸੀਦ ਦੇ ਥੱਲੇ ਕੀ ਲਿਖਿਆ? it says paid. ਕੀਮਤ ਚੁਕਾਤੀ, ਕੀਮਤ ਅਦਾ ਕਰ ਦਿੱਤੀ। He paid by dying on the cross. ਸਲੀਬ ਤੇ ਮਰ ਕੇ ਪ੍ਰਭੂ ਯੀਸ਼ੂ ਮਸੀਹ ਨੇ ਕੀਮਤ ਚੁਕਾਤੀ। John is saying in his gospel, ਯੂਹੰਨਾ ਆਪਣੀ ਇੰਜੀਲ ਦੇ ਵਿੱਚ ਲਿਖਦਾ it's paid for you if you believe. ਕਿ ਜੇ ਤੁਸੀਂ ਵਿਸ਼ਵਾਸ ਕਰਦੇ ਆ ਤੇ ਤੁਹਾਡੇ ਲਈ ਇਹ ਕੀਮਤ ਚੁਕਾਈ ਜਾ ਚੁੱਕੀ ਹੈਗੀ ਆ। If you believe Jesus is the Son of God, ਜੇ ਅਸੀਂ ਵਿਸ਼ਵਾਸ ਕਰਦੇ ਕਿ ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ, that he came in the flesh ਕਿ ਪ੍ਰਭੂ ਆਏ ਦੇਹਧਾਰੀ ਹੋ ਕੇ and he died for you. ਔਰ ਪ੍ਰਭੂ ਤੁਹਾਡੇ ਲਈ ਮੇਰੇ ਲਈ ਮਰ ਗਏ। So this is John's purpose in writing the gospel. ਇਹ ਯੂਹੰਨਾ ਦਾ ਮਕਸਦ ਹੈਗਾ ਖਤ ਲਿਖਣ ਦਾ। He wants us to believe who Jesus is ਯੂਹੰਨਾ ਚਾਹੁੰਦਾ ਅਸੀਂ ਵਿਸ਼ਵਾਸ ਕਰੀਏ ਕਿ ਪ੍ਰਭੂ ਯੀਸ਼ੂ ਮਸੀਹ ਕੌਣ ਹੈ, and what he's done, ਉਹਨੇ ਕੀ ਕੀਤਾ ਸਾਡੇ ਲਈ, so that you believe and you are saved. ਤਾਂ ਕਿ ਅਸੀਂ ਵਿਸ਼ਵਾਸ ਕਰੀਏ ਔਰ ਬਚਾਏ ਜਾਈਏ। And that is why you find in the Gospel of John, it's different to the other Gospels. ਇੰਜੀਲ ਦੀ ਯੂਹੰਨਾ ਦੀ ਇੰਜੀਲ ਦੇ ਵਿੱਚ ਇਹ ਦੂਸਰੀ ਇੰਜੀਲਾਂ ਨਾਲੋਂ ਫਰਕ ਹੈਗੀ ਆ। It has certain themes like darkness and light and life. ਹਾਦਸੇ ਲਿਖੇ ਆ ਜਿੱਥੇ ਕਿ ਹਨੇਰਾ ਹੈਗਾ, ਰੋਸ਼ਨੀ ਹੈਗੀ ਆ। That's why you find that there are only 7 miracles, some might say 8 miracles. ਤਾਂ ਹੀ 7 ਜਾਂ 8 ਮੌਜੇ ਲਿਖੇ ਗਏ ਹੈਗੇ ਯੂਹੰਨਾ ਦੀ ਇੰਜੀਲ ਦੇ But ਵਿੱਚ, they are carefully selected ਬੜੇ ਬਰੀਕੀ ਵਿੱਚ ਚੁਣੇ ਗਏ ਆ। because John says these are signs. ਯੂਹੰਨਾ ਕਹਿੰਦਾ ਇਹ ਸਾਰੇ ਨਿਸ਼ਾਨ ਹੈਗੇ ਆ। When you see a road sign, ਜੇ ਅਸੀਂ ਕੋਈ ਸੜਕ ਤੇ ਨਿਸ਼ਾਨ ਦੇਖਦੇ ਆ, it points you in a certain direction ਲਿਖਦਾ ਕਿ ਫਲਾਨੀ ਜਗ੍ਹਾ ਜਾਓ, or it tells you something. ਜੇ ਤੁਹਾਨੂੰ ਕੋਈ ਦੱਸਦਾ ਹੈਗਾ। So the miracles of Jesus are signs ਪ੍ਰਭੂ ਯੀਸ਼ੂ ਮਸੀਹ ਦੇ ਮੌਜੇ ਜਿਹੜੇ ਹੈਗੇ ਆ ਉਹ ਨਿਸ਼ਾਨ ਹੈਗੇ, ਚਿੰਨ੍ਹ ਹੈਗੇ ਸਾਡੇ ਲਈ, that's pointing to the fact that Jesus is the Son of God, ਜਿਹੜੇ ਸਾਨੂੰ ਦੱਸਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ, telling us who he is. ਸਾਨੂੰ ਦੱਸਦੇ ਕਿ ਕੌਣ ਹੈਗਾ। And that is why you have 7 I am. ਇਸ ਕਰਕੇ 7 ਵਾਰ ਲਿਖਿਆ ਹੈਗਾ ਕਿ ਮੈਂ ਹਾਂ। 7 I am sayings 7 ਵਾਰ ਲਿਖਿਆ ਮੈਂ ਹਾਂ, that again tell us that Jesus is the Son of God. ਬਾਰ-ਬਾਰ ਦੱਸਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਆ ਕਿ ਮੈਂ ਖੁਦਾ ਦਾ ਬੇਟਾ ਹਾਂ। And the idea is that it'll produce a response within people. ਇਸ ਤੋਂ ਹੈਗਾ ਕਿ ਲੋਕੀ ਪੜ੍ਹ ਕੇ ਉਹਨਾਂ ਦੇ ਅੰਦਰ ਕੁਝ ਹੋਵੇ। Just like they got a vaccine now for Yes, sir. for COVID, ਜਿਸ ਤਰ੍ਹਾਂ ਉਹਨਾਂ ਨੇ ਦਵਾਈ ਕੱਢੀ ਹੈਗੀ ਆ ਕੋਵਿਡ ਦੀ, and the idea is they inject that in you, ਸੋਚ ਹੈਗੀ ਆ ਕਿ ਦਵਾਈ ਦਾ ਟੀਕਾ ਲਾਓਗੇ ਤੁਹਾਨੂੰ, so it produces a response in your body to produce antibodies to fight the virus. ਤਾਂ ਕਿ ਤੁਹਾਡੇ ਜਿਸਮ ਵਿੱਚ ਸੁਰੱਖਿਆ ਪੈਦਾ ਹੋਵੇ ਕਿ ਇਸ ਬਿਮਾਰੀ ਨੂੰ ਉਹ ਲੜੇ ਉਸ ਬਿਮਾਰੀ So ਨਾਲ। the idea is that it'll produce a response in us so that we believe that Jesus is the Son of God and we are saved. ਉਹੀ ਸੋਚ ਹੈਗੀ ਕਿ ਅਸੀਂ ਵਿਸ਼ਵਾਸ ਕਰੀਏ ਕਿ ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ ਔਰ ਇਹ ਵਿਸ਼ਵਾਸ ਕਰਕੇ ਸਾਡੇ ਅੰਦਰ ਕੁਝ ਹੋਵੇ। So the 7 I am sayings, 7 ਜਗ੍ਹਾ ਜਿੱਥੇ ਲਿਖਿਆ ਹੈਗਾ ਪ੍ਰਭੂ ਨੇ ਕਿਹਾ ਕਿ ਮੈਂ ਹਾਂ, what are they? ਕੀ ਹੈਗੇ ਆ? John 6 verse 35. ਯੂਹੰਨਾ 6:35 He says, I am the bread of life. ਪ੍ਰਭੂ ਕਹਿੰਦੇ ਕਿ ਜੀਵਨ ਦੀ ਰੋਟੀ ਮੈਂ ਹਾਂ। John 8 verse 12. I am the light of the world. ਯੂਹੰਨਾ 8:12 ਪ੍ਰਭੂ ਕਹਿੰਦੇ ਆ ਕਿ ਜਗਤ ਦਾ ਰੋਸ਼ਨ ਨੂਰ ਮੈਂ ਹਾਂ। John 10 verse 9. ਯੂਹੰਨਾ 10:9 Jesus says, I am the door. ਪ੍ਰਭੂ ਕਹਿੰਦੇ ਦਰਵਾਜ਼ਾ ਮੈਂ ਹਾਂ। John 10 verse 11. ਯੂਹੰਨਾ 10:11 I am the good shepherd. ਪ੍ਰਭੂ ਕਹਿੰਦੇ ਅੱਛਾ ਚਰਵਾਹਾ ਮੈਂ ਹਾਂ। John 11 verse 25. I am the resurrection and the life. ਯੂਹੰਨਾ 11:25 ਕਹਿੰਦੇ ਕਿਆਮਤ ਤੇ ਜੀਵਨ ਮੈਂ ਹਾਂ। John 14 verse 6. ਯੂਹੰਨਾ 14:6 That says, I am the way, the truth and the life. ਪ੍ਰਭੂ ਕਹਿੰਦੇ ਰਾਹ ਹੱਕ ਔਰ ਸੱਚਾਈ ਮੈਂ ਹੈਗਾ। John 15 verse 1. ਯੂਹੰਨਾ 15:1
that says, I am the true vine. ਪ੍ਰਭੂ ਕਹਿੰਦੇ ਸੱਚੇ ਅੰਗੂਰ ਦੀ ਬੇਲ ਮੈਂ ਹਾਂ। And we'll be looking at these one by one. ਇੱਕ ਇੱਕ ਕਰਕੇ ਅਸੀਂ ਦੇਖਾਂਗੇ ਇਹਨਾਂ ਨੂੰ। And I'd encourage you to share this with unbelievers. ਤੁਸੀਂ ਇਸ ਗੱਲ ਨੂੰ ਇਹਨਾਂ ਗੱਲਾਂ ਨੂੰ ਅਣਵਿਸ਼ਵਾਸੀਆਂ ਦੇ ਨਾਲ ਵੀ ਵੰਡੋ। Because although there's things here that are relevant for believers, these things are really helpful for unbelievers as ਬੇਸ਼ੱਕ well. ਕਹਿੰਦੇ ਵਿਸ਼ਵਾਸੀਆਂ ਦੇ ਲਈ ਬਹੁਤ ਸਾਰੀ ਗੱਲਾਂ ਲਿਖੀਆਂ ਪਰ ਅਣਵਿਸ਼ਵਾਸੀਆਂ ਦੇ ਲਈ ਵੀ ਉਨੀਆਂ ਹੀ ਲਾਜ਼ਮੀ ਹੈਗੀਆਂ। And hopefully it'll reveal to us who this Jesus is. ਸਾਨੂੰ ਇਹ ਪਤਾ ਚੱਲੂਗਾ ਕਿ ਪ੍ਰਭੂ ਯਿਸੂ ਮਸੀਹ ਕੌਣ ਹੈਗਾ ਜਿਹਦੀ ਗੱਲ ਕਰਦੇ ਹਾਂ। Especially as we come up to Christmas time, we'll realize who it is who came into the world. ਖਾਸ ਕਰ ਅਸੀਂ ਕ੍ਰਿਸਮਸ ਦੇ ਕੋਲ ਪਹੁੰਚਦੇ ਹੈਗੇ ਆ, ਅਸੀਂ ਮਹਿਸੂਸ ਕਰਾਂਗੇ ਕਿ ਇਹ ਪ੍ਰਭੂ ਯਿਸੂ ਮਸੀਹ ਕੌਣ ਹੈਗੇ ਆ। Now, this morning, before we look at the I am statements, ਅੱਜ ਸਵੇਰੇ ਪ੍ਰਭੂ ਯਿਸੂ ਮਸੀਹ ਦੇ ਮੈਂ ਹਾਂ ਦੇਖਣ ਤੋਂ ਪਹਿਲਾਂ what I want to do is give you some background on this ਇਸ ਬਾਰੇ ਤੁਹਾਨੂੰ ਪਿੱਛੇ ਥੋੜੇ ਕੁ ਦੱਸਣਾ ਚਾਹੁੰਦੇ ਹਾਂ so that you can see the significance of what Jesus was saying and revealing about himself. ਤਾਂ ਤੁਸੀਂ ਦੇਖ ਸਕੋ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਬਾਰੇ ਜੋ ਕਿਹਾ, ਜੋ ਪ੍ਰਗਟ ਕੀਤਾ, ਉਹਦੇ ਪਿੱਛੇ ਉਹਨਾਂ ਦਾ ਮਕਸਦ ਕੀ ਹੈਗਾ। So really, I'm introducing the subject this morning to ਤਾਂ ਅੱਜ you. ਸਵੇਰੇ ਮਜ਼ਮੂਨ ਤੁਹਾਡੇ ਅੱਗੇ ਪੇਸ਼ ਕਰਨਾ ਹੈਗਾ। So firstly, ਪਹਿਲੀ ਗੱਲ, let's consider the I am statement of the Old Testament. ਪੁਰਾਣੇ ਨਿਯਮ ਦੇ ਜਿੱਥੇ ਲਿਖਿਆ ਕਿ ਮੈਂ ਹਾਂ, ਉਸ ਤੇ ਪਹਿਲਾਂ ਅਸੀਂ ਗੌਰ Now, ਕਰਾਂਗੇ। for this, you need to go back to Exodus chapter 3. ਇਹ ਸਮਝਣ ਨੂੰ ਅਸੀਂ ਕੂਚ ਵਿੱਚ ਮੁੜ ਕੇ ਆਈਏ, ਕੂਚ 3। We'll go through this, draw out lessons, and hopefully we'll see the significance of the I am of the Old Testament. ਅਸੀਂ ਸਬਕ ਸਿੱਖਾਂਗੇ ਕਿ ਪੁਰਾਣੇ ਨਿਯਮ ਵਿੱਚ ਜਿਹਦੇ ਪਰਮੇਸ਼ਰ ਨੇ ਕਿਹਾ ਕਿ ਮੈਂ ਹਾਂ, ਉਸ ਤੋਂ ਅਸੀਂ ਕੁਝ ਸਿੱਖਾਂਗੇ। Now, here in Exodus chapter 3, ਕੂਚ 3 ਦੇ ਵਿੱਚ God's people in the Old Testament, ਪ੍ਰਭੂ ਦੇ ਲੋਕ ਪੁਰਾਣੇ ਨਿਯਮ ਦੇ ਵਿੱਚ the Israelites or the Hebrews, ਇਜ਼ਰਾਈਲੀ ਹਿਬਰਾਨੀ they ਜਿਹੜੇ were ਸੀਗੇ, in slavery in Egypt, ਉਹ ਗੁਲਾਮੀ ਵਿੱਚ ਸੀਗੇ ਮਿਸਰ ਦੇ ਵਿੱਚ। and Moses is chosen to rescue them. ਮੂਸਾ ਨੂੰ ਕਿਹਾ ਗਿਆ ਕਿ ਤੂੰ ਉਹਨਾਂ ਨੂੰ ਛੁਡਾ। In Exodus chapter 2, ਕੂਚ 2 ਦੇ ਵਿੱਚ we read of how Moses sees the suffering of his people. ਮੂਸਾ ਨੇ ਦੇਖਿਆ ਕਿ ਮੇਰੇ ਲੋਕ ਕਿੱਦਾਂ ਦੁੱਖ ਉਠਾ ਰਹੇ ਹੈਗੇ He's ਆ। 40 years old, 40 ਸਾਲ ਦਾ ਹੈਗਾ। and he takes the matter into his own hands, ਮੂਸਾ ਗੱਲਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ, and he kills an Egyptian ਇਹ ਕਿ ਮਿਸਰੀ ਨੂੰ ਮਾਰ ਦਿੰਦਾ for beating a Hebrew. ਕਿਉਂਕਿ ਉਹਨੇ ਹਿਬਰਾਨੀ ਨੂੰ ਕੁੱਟਿਆ। And he has to flee from Pharaoh because Pharaoh wants to now kill him. ਫਿਰ ਮੂਸਾ ਡਰ ਦੇ ਮਾਰੇ ਦੌੜ ਜਾਂਦਾ ਕਿਉਂਕਿ ਫਰੌਨ ਉਹਨੂੰ ਮਾਰਨਾ ਚਾਹੁੰਦਾ ਸੀਗਾ। So Moses flees into the desert, ਸੋ ਮੂਸਾ ਬਿਆਬਾਨ ਤੇ ਦੌੜ ਜਾਂਦਾ, and he goes to a place called Midian, ਮੀਡੀਅਨ ਜਗ੍ਹਾ ਵਿੱਚ ਆਉਂਦਾ ਹੈਗਾ। and he settles there, he marries there, and he becomes a shepherd for another 40 years. ਉੱਥੇ ਆ ਕੇ ਟਿਕਦਾ, ਉੱਥੇ ਉਹਦਾ ਵਿਆਹ ਹੁੰਦਾ ਹੈਗਾ, ਉੱਥੇ 40 ਸਾਲ ਰਹਿੰਦਾ ਹੈਗਾ। But back in Egypt, ਮਿਸਰ ਦੇ ਵਿੱਚ his people are suffering. ਉਹਦੇ ਲੋਕ ਦੁੱਖ ਉਠਾ ਰਹੇ ਹੈਗੇ ਆ। And in Exodus chapter 2 verse 24, ਕੂਚ they 2:24 groan, ਵਿੱਚ they pray to God for deliverance. ਕੁਝ 2:24 ਵਿੱਚ ਲੋਕ ਇਜ਼ਰਾਈਲ ਜਿਹੜੇ ਹੈਗੇ ਲੋਕੀ ਹੈਗੇ ਉਹ ਪ੍ਰਾਰਥਨਾ ਕਰਦੇ ਪ੍ਰਭੂ ਦੇ ਅੱਗੇ ਕਿ ਪ੍ਰਭੂ ਸਾਨੂੰ ਛੁਡਾ, ਸਾਨੂੰ ਬਚਾ। And in Exodus 2 verse 25 tells us that God hears their prayers. ਕੂਚ 2:25 ਵਿੱਚ ਲਿਖਿਆ ਕਿ ਖੁਦਾ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ। So God was going to prepare Moses and call him back to deliver the people. ਸੋ ਪ੍ਰਭੂ ਨੇ ਤਿਆਰ ਕਰਨਾ ਸੀਗਾ ਮੂਸਾ ਨੂੰ ਤਾਂ ਕਿ ਜਾ ਕੇ ਆਪਣੇ ਲੋਕਾਂ ਨੂੰ ਬਚਾਵੇ। Moses is now 80 years old. ਹੁਣ ਮੂਸਾ 80 ਸਾਲ ਦੀ ਉਮਰ ਦਾ ਹੈਗਾ। When he was young, ਜਦੋਂ ਜਵਾਨ he ਸੀਗਾ took matters in his own hands. ਉਹਨੇ ਆਪਣੇ ਗੱਲਾਂ ਨੂੰ ਆਪਣੇ ਹੱਥਾਂ 'ਚ ਲਿਆ। He killed an Egyptian ਉਹਨੇ ਮਿਸਰੀ ਨੂੰ ਮਾਰਿਆ because he wanted God's people to be free. ਕਿਉਂਕਿ ਚਾਹੁੰਦਾ ਸੀਗਾ ਕਿ ਪ੍ਰਭੂ ਦੇ ਲੋਕ ਆਜ਼ਾਦ He ਹੋਣ। was eager and keen, but he asserted his own authority. ਉਹਨੂੰ ਜਲਦਬਾਜ਼ੀ ਸੀਗੀ ਪਰ ਉਹਨੇ ਆਪਣੇ ਆਪ 'ਚ ਉਹਨੇ ਆਪਣੇ ਹੱਥਾਂ 'ਚ ਗੱਲ ਲੈ ਲਈ। He was full of self-confidence. ਉਹ ਕਹਿੰਦਾ ਕਿ ਮੈਂ ਦਲੇਰ ਹੈਗਾ। But now God calls him 40 years later. ਹੁਣ 40 ਸਾਲ ਬਾਅਦ ਪਰਮੇਸ਼ਵਰ ਨੇ ਮੂਸਾ ਨੂੰ ਬੁਲਾਇਆ। We'll see that the 40 years had made him very different. 40 ਸਾਲ ਵਿੱਚ ਮੂਸਾ ਨੂੰ ਬੜਾ ਫਰਕ ਪੈ ਗਿਆ। He was a lot less confident in himself. ਹੁਣ ਆਪਣੇ ਆਪ 'ਚ ਉਹਦੀ ਦਲੇਰੀ ਜਿਹੜੀ ਸੀ, ਹੌਸਲਾ ਸੀਗਾ, ਉਹ ਕੁਝ ਘਟ ਗਿਆ। He's more timid. ਹੁਣ ਥੋੜੇ ਨਰਮ ਹੋ ਗਿਆ। 40 years had revealed to him his own weaknesses and limitations. 40 ਸਾਲ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਮੇਰੀ ਹੱਦ ਕੀ ਹੈਗੀ ਆ ਔਰ ਮੇਰੀਆਂ ਕਮਜ਼ੋਰੀਆਂ ਕੀ ਹੈਗੀਆਂ। And what we find is that when God tells him to go to Pharaoh, ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਕਹਿੰਦਾ ਮੂਸਾ ਨੂੰ ਕਿ ਤੂੰ ਫਰੌਨ ਦੇ ਕੋਲ ਜਾ, Moses is full of excuses. ਹੁਣ ਮੂਸਾ ਬਹਾਨੇ ਬਣਾਉਂਦਾ। He asks God 4 questions to reflect his hesitancy. ਉਹ ਪ੍ਰਭੂ ਨੂੰ 4 ਸਵਾਲ ਪੁੱਛਦਾ ਕਿਉਂਕਿ ਉਹ ਜੱਕਦਾ ਹੈਗਾ।
In chapter 3, verse 13, ਤੀਸਰਾ ਚੈਪਟਰ 13 ਆਇਤ he says to God, what shall I say to the people? ਕਹਿੰਦਾ ਪ੍ਰਭੂ ਮੈਂ ਲੋਕਾਂ ਨੂੰ ਕੀ ਕਹੂੰਗਾ। In chapter 4, verse 1, ਚੌਥਾ ਚੈਪਟਰ ਪਹਿਲੀ ਆਇਤ what if what if the Israelites don't believe me, the God has appeared to me? ਜੇ ਇਜ਼ਰਾਈਲੀ ਨਾ ਮੰਨੂਗੇ ਕਿ ਪਰਮੇਸ਼ਰ ਨੇ ਮੈਨੂੰ ਦਰਸ਼ਨ ਦਿੱਤੇ ਹੈਗੇ ਫਿਰ ਕੀ ਹੋਊਗਾ। Chapter 4, verse 10, how can I speak? Look, I'm not confident as a speaker. 4:10 ਵਿੱਚ ਲਿਖਿਆ ਕਿ ਪ੍ਰਭੂ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਹੈਗਾ, ਮੈਂ ਕਿੱਦਾਂ ਬੋਲ ਕੇ ਦੱਸੂਗਾ ਲੋਕਾਂ ਨੂੰ Chapter ਤੇਰੀ 4, ਗੱਲਾਂ। verse 13, God, can you send somebody else? 13 ਆਇਤ ਪ੍ਰਭੂ ਤਾਂ ਹੋਰ ਕਿਸ ਨੂੰ ਭੇਜ ਦੇ। 40 years in the wilderness 40 ਸਾਲ ਬਿਆਵਾਨ ਦੇ ਵਿੱਚ ਰਹਿ ਕੇ had not dampened his enthusiasm for God ਪ੍ਰਭੂ and ਦੇ to ਲਈ- see the people set free, ਪ੍ਰਭੂ ਦੇ ਲਈ ਉਹਦਾ ਹੌਸਲਾ ਘੱਟ ਨਹੀਂ ਹੋਇਆ ਹੈਗਾ, ਉਹ ਇਹੀ ਚਾਹੁੰਦਾ ਹੈਗਾ ਕਿ ਪ੍ਰਭੂ ਦੇ ਲੋਕ ਆਜ਼ਾਦ ਹੋਣ, but it humbled him. ਪਰ ਨੀਵਾਂ ਜ਼ਰੂਰ ਹੋ ਗਿਆ ਮੂਸਾ। It made him more uncertain of himself. ਉਹਨੂੰ ਆਪਣੇ ਆਪ ਵਿੱਚ ਉਹਦਾ ਭਰੋਸਾ ਬਹੁਤ ਘੱਟ ਹੋ ਗਿਆ। I was recently asked to do a book review ਭਾਈ ਨੂੰ ਕਿਸੇ ਨੇ ਪੁੱਛਿਆ ਥੋੜੀ ਦੇਰ ਹੋਈ ਹੈ ਕਿ ਇਹ ਕਿਤਾਬ ਪੜ੍ਹ ਕੇ ਸਾਨੂੰ ਦੱਸ ਵੀ ਤੇਰਾ ਕੀ ਖਿਆਲ ਆ। about my pastor, Marlin Summers, and his wife, Barbara Summers. ਇਹਦੇ ਪਾਸਵਾਨ ਮਾਰਲਿਨ ਤੇ ਉਹਦੀ ਪਤਨੀ ਬਾਬਰਾ ਸਮਝ ਦੇ ਬਾਰੇ। The book was written by their son, Roy Summers. ਉਹਨਾਂ ਦੇ ਬੇਟੇ ਰੋਹਿਤ ਸਮਝ ਨੇ ਕਿਤਾਬ ਲਿਖੀ ਹੈਗੀ ਆ। They were pioneer missionaries. ਉਹ ਐਸੇ ਮਿਸ਼ਨਰੀ ਸੀਗੇ ਜਿਨ੍ਹਾਂ ਨੇ ਸਿਰ ਕੱਢ ਕੇ ਸੇਵਾ ਕੀਤੀ ਪ੍ਰਭੂ ਦੀ। They served the Lord in India, ਇੰਡੀਆ ਉਹਨਾਂ ਨੇ ਪ੍ਰਭੂ ਦੀ ਸੇਵਾ ਕੀਤੀ, in the mountainous regions of North India, ਨਾਰਥ ਇੰਡੀਆ ਦੇ ਪਹਾੜੀ ਇਲਾਕੇ ਵਿੱਚ and they were there for 8 years. 8 ਸਾਲ ਉੱਥੇ ਸੇਵਾ ਕੀਤੀ ਉਹਨਾਂ ਨੇ। And then they moved to Pakistan, ਫਿਰ ਪਾਕਿਸਤਾਨ ਚਲੇ ਗਏ, initially to the mountainous regions near the foothills of the Himalayan mountains, ਹਿਮਾਲਿਆ ਪਹਾੜ ਦੇ ਕੋਲ ਪਹਾੜੀ ਇਲਾਕੇ ਵਿੱਚ ਉਹਨਾਂ ਨੇ ਪ੍ਰਭੂ ਦੀ ਸੇਵਾ ਕੀਤੀ ਪਾਕਿਸਤਾਨ and ਦੇ then ਵਿੱਚ। they went to Karachi. ਫਿਰ ਕਰਾਚੀ ਗਏ, So they were in Pakistan for 12 years. 12 ਸਾਲ ਉਹਨਾਂ ਨੇ ਪਾਕਿਸਤਾਨ ਸੇਵਾ ਕੀਤੀ। So in total, they were in the Indian subcontinent for 20 years. 20 ਸਾਲ ਉਹ ਤਕਰੀਬਨ ਹਿੰਦੁਸਤਾਨ ਦੇ ਇਲਾਕੇ ਵਿੱਚ ਗਏ। But despite the hard work ਇੰਨੀ ਕੜੀ ਮਿਹਨਤ ਦੇ ਬਾਵਜੂਦ ਵੀ and sowing God's seed ਪ੍ਰਭੂ ਦਾ ਵਚਨ ਬੀਜ ਕੇ ਵੀ and the struggles and the setbacks and the dangers and the difficulties, ਸਾਰੀ ਜਦੋਜਹਿਦ ਦੇ ਮੁਤਾਬਕ ਔਰ ਖਤਰੇ ਨੂੰ ਦੇਖਦੇ ਹੋਏ they saw very few people coming to the Lord. ਬਹੁਤ ਘੱਟ ਲੋਕੀ ਉਹਨਾਂ ਨੇ ਦੇਖੇ ਪ੍ਰਭੂ ਕੋਲ ਆਉਂਦੇ। In 20 years, 20 ਸਾਲਾਂ ਵਿੱਚ hardly anyone, and those who came were just a handful, and some of them drifted away. ਕੋਈ ਇੱਕ ਅੱਧਾ ਕੋਈ ਆਇਆ ਹੋਊਗਾ ਪ੍ਰਭੂ ਦੇ ਕੋਲ, ਉਹਨਾਂ ਵਿੱਚੋਂ ਵੀ ਕੁਝ ਲੋਕੀ ਜਿਹੜੇ ਸੀਗੇ ਉਹ ਪ੍ਰਭੂ ਨੂੰ ਛੱਡ ਕੇ ਚਲੇ ਗਏ। But in these 20 years, ਉਹਨਾਂ ਨੇ 20 ਸਾਲਾਂ ਦੇ ਵਿੱਚ the Lord was teaching them ਪਰਮੇਸ਼ਰ ਉਹਨਾਂ ਨੂੰ ਕੁਝ ਸਿਖਾਲਦਾ ਸੀਗਾ to trust Him. ਕਿ ਪ੍ਰਭੂ ਵਿੱਚ ਭਰੋਸਾ ਰੱਖਣ। He was teaching them perseverance, ਪ੍ਰਭੂ ਸਿਖਾਲਦਾ ਸੀਗਾ ਕਿੱਦਾਂ ਸਬਰ ਕਰਨਾ, patience. ਸਬਰ ਕਰਨਾ, ਇਤਮਾਨਾਨ ਰੱਖਣਾ। He was shaping their characters, ਪ੍ਰਭੂ ਉਹਨਾਂ ਦੇ ਸੁਭਾਅ ਨੂੰ ਬਣਾ ਰਿਹਾ ਸੀਗਾ, ਤਰਾਸ਼ ਰਿਹਾ ਸੀਗਾ। preparing them for a greater work. ਪ੍ਰਭੂ ਉਹਨਾਂ ਨੂੰ ਇੱਕ ਵੱਡੀ ਸੇਵਾ ਦੇ ਲਈ ਤਿਆਰ ਕਰ ਰਿਹਾ ਸੀਗਾ। Here in the UK, ਇੱਥੇ when the ਇੰਗਲੈਂਡ ਦੇ door ਵਿੱਚ। closed to India and Pakistan. ਇੰਡੀਆ ਪਾਕਿਸਤਾਨ ਸੇਵਾ ਕਰਕੇ ਪ੍ਰਭੂ ਉਹਨਾਂ ਨੂੰ ਇੱਥੇ ਦੇ ਲਈ ਤਿਆਰ ਕਰ ਰਿਹਾ ਸੀਗਾ। It's easy when we come to the Lord, ਬਹੁਤ ਆਸਾਨ ਹੈ ਕਿ ਅਸੀਂ ਜਦੋਂ ਪ੍ਰਭੂ ਦੇ ਕੋਲ ਆਉਂਦੇ ਆ or we begin to serve the Lord in some way, ਤੇ ਜਦੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਭੂ ਦੀ ਸੇਵਾ ਕਰਨੀ ਸ਼ੁਰੂ ਕਰਦੇ ਆ to think that we're going to change the world, ਸੋਚਣ ਲੱਗ ਪੈਂਦੇ ਮੈਂ ਤਾਂ ਦੁਨੀਆ ਬਦਲ ਕੇ ਰੱਖ ਦੇਣੀ ਆ। to become self-confident, ਆਪਣੇ ਆਪ ਵਿੱਚ ਬੜੀ ਦਲੇਰੀ ਆ ਜਾਂਦੀ ਆ, to trust our abilities ਆਪਣੀ and our ਕਾਬਲੀਅਤ ਵਿੱਚ। gifts and our strengths, ਆਪਣੀ ਕਾਬਲੀਅਤ ਦੇ ਵਿੱਚ, ਆਪਣੇ ਹੁਨਰ ਵਿੱਚ, ਆਪਣੀ ਤਾਕਤ ਉੱਤੇ ਅਸੀਂ ਭਰੋਸਾ ਕਰਨ ਲੱਗ ਪੈਂਦੇ ਆ, and to depend upon ourselves, ਆਪਣੇ ਆਪ ਉੱਤੇ ਅਸੀਂ ਜ਼ਿਆਦਾ ਮਾਣ ਰੱਖਣ ਲੱਗ ਪੈਂਦੇ ਆ। and to think I'm going to convert everybody. ਮੈਂ ਤਾਂ ਸਾਰੀ ਦੁਨੀਆ ਨੂੰ ਬਦਲ ਕੇ ਰੱਖ ਦੇਣਾ। But soon you discover you can't. ਬਹੁਤ ਜਲਦੀ ਪਤਾ ਲੱਗ ਜਾਂਦਾ ਕਿ ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ। And God often has to humble us, ਪ੍ਰਭੂ ਸਾਨੂੰ ਫਿਰ ਹਲੀਮ ਕਰਦਾ, ਨੀਵਾਂ ਕਰਦਾ। to show us our weaknesses ਪ੍ਰਭੂ ਸਾਨੂੰ ਦਿਖਾਲਦਾ ਕਿ ਮੇਰੇ 'ਚ ਕਿੰਨੀ ਕਮਜ਼ੋਰੀ ਹੈਗੀ ਹਜੇ, and our limitations, ਸਾਡੀ ਹੱਦ ਕੀ ਹੈਗੀ ਆ। and teach us to trust Him, ਪ੍ਰਭੂ ਸਾਨੂੰ ਸਿਖਾਲਦਾ ਕਿ ਅਸੀਂ ਉਹ ਤੇ ਭਰੋਸਾ ਰੱਖੀਏ, to teach us patience and perseverance and endurance and prayer. ਸਬਰ ਸਿੱਖੀਏ, ਇਤਮਾਨਾਨ ਕਰਨਾ ਸਿੱਖੀਏ, ਉਹ ਤੇ ਭਰੋਸਾ ਰੱਖਣਾ ਸਿੱਖੀਏ, ਪ੍ਰਾਰਥਨਾ ਕਰਨੀ ਸਿੱਖੀਏ। God has to often prepare us by breaking us and humbling us. ਪ੍ਰਭੂ ਸਾਨੂੰ ਕਿੱਦਾਂ ਤਿਆਰ ਕਰਦਾ? ਸਾਨੂੰ ਤੋੜ ਕੇ ਪ੍ਰਭੂ ਸਾਨੂੰ
ਫਿਰ ਬਣਾਉਂਦਾ ਹੈਗਾ before we are really useful for his service. ਇਸ ਤੋਂ ਪਹਿਲਾਂ ਕਿ ਅਸੀਂ ਉਹਦੇ ਲਈ ਕਿਸੇ ਕੰਮ ਦੇ ਹੋ ਸਕਦੇ ਹਾਂ And this is what happened to Moses in the 40 years he was in the wilderness. ਮੂਸਾ ਦੇ ਨਾਲ ਵੀ ਇਹੀ ਹੋਇਆ 40 ਸਾਲ ਜਦੋਂ ਬੀਆਬਾਨ ਦੇ ਵਿੱਚ ਸੀਗਾ What happens? ਕੀ ਹੋਇਆ In chapter 3 and verse 1 of Exodus, ਕੂਸ਼ ਦੀ ਕਿਤਾਬ ਤੀਸਰਾ ਚੈਪਟਰ ਪਹਿਲੀ ਆਇਤ Moses was in the wilderness. ਮੂਸਾ ਬੀਆਬਾਨ ਦੇ ਵਿੱਚ ਸੀਗਾ He's watching his father-in-law's flock. ਆਪਣੇ ਸਸੁਰ ਦੀ ਭੇਡ ਬੱਕਰੀਆਂ ਦੀ ਦੇਖਭਾਲ ਕਰ And ਰਿਹਾ he ਸੀਗਾ leads them to the back of the desert. ਉਹ ਰੇਗਿਸਤਾਨ ਦੇ ਵਿੱਚ ਲੈ ਗਿਆ And he came to Mount Horeb or Sinai. ਹੋਰੇਬ ਦੀ ਪਹਾੜੀ ਦੇ ਕੋਲ ਆਇਆ And there verse 2 tells us ਦੂਸਰਾ ਚ ਲਿਖਿਆ ਉੱਥੇ that the angel of the Lord appeared to him. ਖੁਦਾਵੰਦ ਦਾ ਇੱਕ ਫਰਿਸ਼ਤਾ ਉਹਦੇ ਕੋਲ ਆਇਆ And it tells us there, verse 2, and the angel of the Lord appeared to him in a flame of fire from the midst of the bush. So he looked, and behold, the bush was burning with fire, but the bush was not consumed. कूच तैन दो और खुदावंद का फरिश्ता एक झाड़ी में से आग के शोले में से उस पर जाहिर हुआ उसने निगाह किया और क्या देखता है कि एक झाड़ी में आग लगी हुई है पर वो झाड़ी भस्म नहीं है हुई To see a burning bush is nothing unusual. दिखन ਨੂੰ ਕਿ ਝਾੜੀ ਜਲਦੀ ਹੈਗੀ ਆ ਕੋਈ ਵੱਡੀ ਗੱਲ ਨਹੀਂ ਹੈਗੀ Because dry wood would catch fire in the desert. ਕਿਉਂਕਿ ਇਸ ਰੇਗਿਸਤਾਨ ਦੇ ਵਿੱਚ ਸੁੱਕੀ ਲੱਕੜੀ ਜਿਹੜੀ ਹੈਗੀ ਆ ਉਹਨੂੰ ਜਲਦੀ ਅੱਗ ਲੱਗ ਜਾਂਦੀ ਆ But this one was strange. ਪਰ ਇਹ ਅਜੀਬ ਸੀਗੀ ਝਾੜੀ Because although it was burning, it was not consumed. ਇਹ ਝਾੜੀ ਜਲ ਤਾਂ ਰਹੀ ਸੀਗੀ ਪਰ ਭਸਮ ਨਹੀਂ ਹੋ ਰਹੀ ਸੀਗੀ So in verse 3, Moses goes to investigate. ਤੀਸਰੇ ਆਇਤ ਵਿੱਚ ਲਿਖਿਆ ਕਿ ਮੂਸਾ ਨਜ਼ਦੀਕ ਗਿਆ ਦੇਖਣ ਨੂੰ ਕਿ ਦੇਖਾਂ ਕੀ ਹੋ ਰਿਹਾ ਹੈਗਾ Because the bush is burning, but it's not burning out. ਕਿ ਝਾੜੀ ਜਲ ਤਾਂ ਰਹੀ ਆ ਪਰ ਭਸਮ ਨਹੀਂ ਹੋ ਰਹੀ ਹੈਗੀ And he discovers the reason. ਉਹ ਦੇਖਦਾ ਵਜ੍ਹਾ ਕੀ ਹੈਗੀ ਆ It's because this was a manifestation of God's presence, ਇਹ ਪਰਮੇਸ਼ਰ ਦੀ ਹਜ਼ੂਰੀ ਦਾ ਦਰਸ਼ਨ ਸੀਗਾ ਮੂਸਾ ਨੂੰ which was in the bush. ਝਾੜੀ ਦੇ ਵਿੱਚ ਪ੍ਰਭੂ ਉਹਨੂੰ ਦਰਸ਼ਨ ਦੇ ਰਿਹਾ ਹੈਗਾ This burning bush ਇਹ ਜਲਦੀ ਝਾੜੀ has traditionally been interpreted to symbolize God's people, the Israelites. ਇਹਦਾ ਤਰਜਮਾ ਕੀਤਾ ਗਿਆ ਕਿ ਇਹ ਪਰਮੇਸ਼ਰ ਦੇ ਲੋਕ ਇਜ਼ਰਾਈਲ ਹੈਗੀ ਆ ਉਹਨਾਂ ਦੀ ਪਹਿਚਾਨ ਹੈਗੀ ਆ They were burning in the heat. They were being persecuted as slaves. They were oppressed. They were being mistreated. ਉਹ ਧੁੱਪ ਵਿੱਚ ਜਲ ਰਹੇ ਸੀਗੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾ ਰਹੀ ਸੀਗੀ ਲੋਕੀ ਉਹਨਾਂ ਤੋਂ ਫਾਇਦਾ ਉਠਾ ਰਹੇ ਸੀਗੇ ਗੁਲਾਮੀ ਵਿੱਚ ਸੀਗੇ Pharaoh wanted to destroy them and annihilate them. ਫਰੌਨ ਚਾਹੁੰਦਾ ਸੀ ਉਹਨਾਂ ਨੂੰ ਖਤਮ ਕਰਨਾ ਉਹਨਾਂ ਨੂੰ ਤਬਾਹ ਕਰਨਾ But just like the bush, ਪਰ ਇਸ ਝਾੜੀ ਵਾਂਗਰ they were not consumed. They Oh. could not be ਉਹ destroyed. ਭਸਮ ਨਹੀਂ ਹੋ ਰਹੇ ਸੀਗੇ ਉਹ ਲੋਕੀ ਜਿਹੜੇ ਹੈਗੇ ਆ ਉਹ ਖਤਮ ਨਹੀਂ ਹੋ ਗਏ Because God himself was there with them just as he was in the bush. ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਸੀਗਾ ਇਜ਼ਰਾਈਲ ਦੇ ਨਾਲ ਜਿੱਦਾਂ ਪ੍ਰਭੂ ਝਾੜੀ ਦੇ ਵਿੱਚ ਸੀਗਾ Remember the book of Daniel? ਦਾਨੀਏਲ ਦੀ ਕਿਤਾਬ ਦਾ ਚੇਤਾ ਤੁਹਾਨੂੰ We read of his three friends, Shadrach, Meshach, and Abednego. ਦਾਨੀਏਲ ਦੇ ਤਿੰਨ ਦੋਸਤ ਸ਼ਦਰਕ ਮਿਸ਼ਕ ਅਬਦਨਗੋ They were thrown into a fiery furnace ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਸਿੱਟਿਆ because they refused to bow down to an idol. ਕਿਉਂਕਿ ਉਹਨਾਂ ਨੇ ਇਨਕਾਰ ਕੀਤਾ ਕਿ ਅਸੀਂ ਮੂਰਤੀ ਅੱਗੇ ਨਹੀਂ ਝੁਕਣਾ But they did not burn ਉਹ ਵੀ ਜਲੇ ਨਹੀਂ because there was a fourth person in the furnace. ਕਿਉਂਕਿ ਭੱਠੇ ਵਿੱਚ ਇੱਕ ਚੌਥਾ ਇਨਸਾਨ ਵੀ ਸੀਗਾ ਚੌਥਾ ਵਿਅਕਤੀ ਸੀਗਾ The Son of God was with them. ਖੁਦਾ ਦਾ ਬੇਟਾ ਉਹਨਾਂ ਦੇ ਨਾਲ ਸੀਗਾ And if you're a Christian this morning, ਅੱਜ ਸਵੇਰੇ ਜੇ ਤੁਸੀਂ ਵਿਸ਼ਵਾਸੀ ਹੈਗੇ ਆ my brother, sister, ਭਰਾਵੋ ਭੈਣੋ the fire may come to you ਅੱਗ ਆਊਗੀ ਤੁਹਾਡੇ ਕੋਲ in different forms. ਫਰਕ ਤਰੀਕਿਆਂ ਦੇ ਨਾਲ It may be persecution, it may be that trial, it may be that testing that you're going through. ਹੋ ਸਕਦਾ ਸਤਾਅ ਹੋਵੇ ਪ੍ਰੀਖਿਆ ਹੋਵੇ ਅਜ਼ਮਾਇਸ਼ ਹੋਵੇ But the fire cannot consume you. ਪਰ ਅੱਗ ਤੁਹਾਨੂੰ ਭਸਮ ਨਹੀਂ ਕਰ ਸਕਦੀ Why? ਕਿਉਂ Because Christ is with you ਕਿਉਂਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਲ ਹੈਗਾ in that fire. ਉਸ ਅੱਗ ਦੇ ਵਿੱਚ The bush did not burn ਝਾੜੀ ਭਸਮ ਨਹੀਂ ਹੋ ਗਈ because God's presence was manifested in the bush, in the fire. ਕਿਉਂਕਿ ਪਰਮੇਸ਼ਰ ਦੀ ਹਜ਼ੂਰੀ ਉਸ ਝਾੜੀ ਵਿੱਚ ਦਿਖਾਈ ਦਿੱਤੀ God spoke out of the bush. ਪਰਮੇਸ਼ਰ ਬੋਲਿਆ ਝਾੜੀ ਵਿੱਚੋਂ In verse 4, ਚੌਥੀ ਆਇਤ ਦੇ ਵਿੱਚ it says, Moses, Moses, and Moses replied and said, Here I am. खुदावंद ने उसे देखा और कहा कि मूसा मूसा उसने कहा मैं हाजिर हूँ In verse 5, Moses is told to take his sandals off. ਉਹਨੂੰ ਕਿਹਾ ਕਿ ਆਪਣੀ ਜੁੱਤੀ ਲਾ ਕੇ ਰੱਖ
and to approach God with reverence. ਆਦਰ ਦੇ ਨਾਲ, ਇੱਜ਼ਤ ਦੇ ਨਾਲ ਪ੍ਰਭੂ ਦੇ ਅੱਗੇ ਪੇਸ਼ ਆ। And God tells him in verse 6, 6ਵੀਂ ਆਇਤ ਕਹਿੰਦੇ, ਪ੍ਰਭੂ ਕਹਿੰਦੇ ਆ, he said, I am the God of your father, the God of Abraham, the God of Isaac, and the God of Jacob. ਮੈਂ ਅਬਰਾਹਮ, ਇਜ਼ਾਕ ਤੇ ਯਾਕੂਬ ਦਾ ਖੁਦਾ ਹੈਗਾ, ਤੇਰਾ ਪਰਮੇਸ਼ਵਰ। This was God. ਇਹ ਪਰਮੇਸ਼ਵਰ ਹੈਗਾ। And he tells Moses ਪ੍ਰਭੂ ਕਹਿੰਦੇ ਮੂਸਾ ਨੂੰ in verse 10 that he must go back 10ਵੇਂ ਆਇਤ ਵਿੱਚ ਕਿ ਤੂੰ ਮੁੜ ਕੇ ਜਾ to Pharaoh ਫਰੋਨ ਦੇ ਕੋਲ, to bring the people out of slavery. ਕਿ ਮੇਰੇ ਲੋਕਾਂ ਨੂੰ ਮਿਸਰ ਚ ਕੱਢ ਕੇ ਲਿਆ ਗੁਲਾਮੀ ਵਿੱਚੋਂ। Moses senses his weakness, ਮੂਸਾ ਹੁਣ ਆਪਣੀ ਕਮਜ਼ੋਰੀ ਮਹਿਸੂਸ ਕਰਦਾ। his insignificance. ਉਹ ਸੋਚਦਾ ਕਿ ਮੈਂ ਤੇ ਨਾਚੀਜ਼ ਹੈਗਾ। And he says in verse 11, 11 ਚ ਕਹਿੰਦਾ, who am I that I should go to Pharaoh? मूसा ने खुदा से कहा, मैं कौन हूँ कि फ़िरौन के पास जाऊँ And bring the children of Israel out of Egypt. और बानी इज़राइल को मिस्र से निकाल लाऊं। God, who am I? I'm nobody. I'm nothing. प्रभु I'm मैं just a कौन है? shepherd. मैं तो कुछ भी नहीं हैगा, मैं की करा। God calls his people today, us who are believers, प्रभु आज अपने लोकां ਨੂੰ ਵਿਸ਼ਵਾਸੀਆਂ ਨੂੰ ਸਾਧਦਾ ਹੈਗਾ to go to people who are in slavery to sin and Satan and the world. ਕਿ ਲੋਕਾਂ ਦੇ ਕੋਲ ਜਾਓ ਜੋ ਜਿਹੜੇ ਗੁਲਾਮੀ 'ਚ ਹੈਗੇ ਆ, ਸ਼ੈਤਾਨ ਦੀ ਗੁਲਾਮੀ ਵਿੱਚ, ਦੁਨੀਆ ਦੀ ਗੁਲਾਮੀ ਵਿੱਚ, ਲੋਕਾਂ ਦੀ ਗੁਲਾਮੀ ਵਿੱਚ। To share with them the good news of Jesus Christ. ਉਹਨਾਂ ਲੋਕਾਂ ਨੂੰ ਜਾ ਕੇ ਦੱਸੋ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ। To believe that he's paid the debt for their sins. ਦੱਸੋ ਜਾ ਕੇ ਕਿ ਪ੍ਰਭੂ ਨੇ ਤੁਹਾਡੇ ਪਾਪਾਂ ਦੀ ਕੀਮਤ ਚੁਕਾਤੀ ਹੈਗੀ ਆ। And they can be forgiven and set free from their ਉਹ slavery. ਮਾਫ ਕੀਤੇ ਜਾ ਸਕਦੇ ਹੈਗੇ ਆ, ਉਹ ਆਜ਼ਾਦ ਕੀਤੇ ਜਾ ਸਕਦੇ ਆ। But don't we feel inadequate like Moses for the job? ਪਰ ਕੀ ਅਸੀਂ ਨਹੀਂ ਮਹਿਸੂਸ ਕਰਦੇ ਕਿ ਮੂਸਾ ਵਾਂਗ ਅਸੀਂ ਵੀ ਨਾਕਾਰੇ ਹੈਗੇ ਆ? Don't we sense our own unworthiness and weakness? ਕਿ ਅਸੀਂ ਨਹੀਂ ਮਹਿਸੂਸ ਕਰਦੇ ਕਿ ਅਸੀਂ ਕਿਸੇ ਕੰਮ ਤੇ ਨਹੀਂ ਹੈਗੇ, ਅਸੀਂ ਯੋਗ ਨਹੀਂ ਹੈਗੇ ਸੇਵਾ ਦੇ। God, who am I? ਪ੍ਰਭੂ ਮੈਂ ਕੌਣ ਹੈਗਾ? I'm a nobody. ਪ੍ਰਭੂ ਮੈਂ ਤਾਂ ਕੁਝ ਵੀ ਨਹੀਂ ਹੈਗਾ। Well, if that is how you feel, ਜੇ ਤੁਸੀਂ ਇਦਾਂ ਮਹਿਸੂਸ ਕਰਦੇ ਆ, that's good. ਚੰਗੀ ਗੱਲ ਆ। Because in verse 12, ਕਿਉਂਕਿ 12 ਦੇ ਵਿੱਚ God says to Moses, ਪ੍ਰਭੂ ਕਹਿੰਦੇ ਮੂਸਾ ਨੂੰ, I will certainly be with you. ਪ੍ਰਭੂ ਕੀ ਕਹਿੰਦੇ ਆ ਕਿ ਮੈਂ ਤੇਰੇ ਨਾਲ ਹੋਊਂਗਾ। Yes, there are fears ਹਾਂ ਖਤਰੇ ਹੈਗੇ ਆ, when it comes to evangelism, ਜਦੋਂ ਮੁਨਾਦੀ ਕਰਨੀ ਆ ਡਰ ਹੈਗੇ ਆ, but remember who it is who is with you. ਪਰ ਯਾਦ ਰੱਖੋ ਤੁਹਾਡੇ ਨਾਲ ਕੌਣ ਹੈਗਾ ਜਦੋਂ ਤੁਸੀਂ ਮੁਨਾਦੀ ਕਰਦੇ ਆ। God is with the weakest saint. ਪਰਮੇਸ਼ਰ ਆਪਣੇ ਕਮਜ਼ੋਰ ਤੋਂ ਕਮਜ਼ੋਰ ਸੰਤਾਂ ਦੇ ਨਾਲ ਖੜਾ When they seek to take the message of Christ to the world. ਜਦੋਂ ਪਰਮੇਸ਼ਰ ਦੀ ਖੁਸ਼ਖਬਰੀ ਸੁਸਮਾਚਾਰ ਲੈ ਕੇ ਜਾਂਦੇ ਹੈਗੇ ਦੁਨੀਆ ਵਿੱਚ। But Moses is full of excuses. ਮੂਸਾ ਤਾਂ ਬਹਾਨੇ ਦਾ ਭਰਿਆ ਹੋਇਆ ਹੈਗਾ। And he says in verse 13, 13 ਚ ਕਹਿੰਦਾ, look, when I go to the children of Israel ਪ੍ਰਭੂ ਜਦੋਂ ਮੈਂ ਇਜ਼ਰਾਈਲ ਦੇ ਬੱਚਿਆਂ ਕੋਲ ਜਾਊਂਗਾ and say to them, look, that the God of your fathers has appeared to me. ਉਹਨਾਂ ਨੂੰ ਕਹੂੰਗਾ ਕਿ ਤੁਹਾਡੇ ਬਾਪ ਦਾਦਾ ਦਾ ਖੁਦਾ ਮੇਰੇ ਅੱਗੇ ਪੇਸ਼ ਆਇਆ। They'll say, well, what is his name? And he says, look, what shall I say to ਉਹ them? ਪੁੱਛੂਗੇ ਕਿ ਉਹਦਾ ਨਾਂ ਕੀ ਹੈਗਾ। ਪ੍ਰਭੂ ਮੈਂ ਉਹਨਾਂ ਨੂੰ ਕੀ ਦੱਸੂਗਾ ਕਿ ਤੇਰਾ ਕੀ ਨਾਂ ਹੈਗਾ। Now, this is very significant for us. ਇਹ ਬਹੁਤ ਅਹਿਮ ਗੱਲ ਹੈ ਕਿ ਸਾਡੇ ਲਈ। God revealed to Moses ਪਰਮੇਸ਼ਰ ਨੇ ਮੂਸਾ ਉੱਤੇ ਜ਼ਾਹਿਰ ਕੀਤਾ, his name. ਆਪਣਾ ਨਾਂ ਦੱਸਿਆ He ਪ੍ਰਭੂ ਨੇ। says in chapter 3 and verse 14, 14 ਆਇਤ ਦੇ ਵਿੱਚ, and God said to Moses, I am who I am. And he said, thus you shall say to the children of Israel, I am has sent me to you. खुदा ने मूसा से कहा, मैं जो हूँ सो मैं हूँ, सो तू बनी इज़राइल से यूं कहना कि मैं जो हूँ ने मुझे तुम्हारे पास भेजा। And he says in verse 15, this is my name forever. 15 की कहते प्रभु कहते कि ये मेरा नाम हमेशा हमेशा दे रहेगा। Tell them I am who I am, or a shortened version of his, I am has sent me. दसो उन्होंने जाके कि मैं हाँ ने मैनू भेजा हैगा। In the Old Testament, पुराने नियम विच the name given of God परमेश्वर दा जो नाम दिता गया are these letters YHWH. YHWH यहोवा। Now, there are no vowels, and therefore no one can pronounce the name of God. इस करके परमेश्वर दा नाम कोई इंसान
ਨਹੀਂ ਲੈ ਸਕਦਾ ਹੈਗਾ। Later vowels were put in and therefore we say Yahweh ਬਾਅਦ ਜਦੋਂ ਥੋੜੀ ਅੰਗਰੇਜ਼ੀ ਨੂੰ ਬਦਲਿਆ ਗਿਆ ਤਾਂ ਜਾ ਕੇ ਅਸੀਂ ਯਹਵੇ ਕਹਿਣ ਲੱਗੇ ਹੈਗੇ ਆ, or Jehovah, ਯਹੋਵਾ ਕਹਿਣ ਲੱਗੇ ਆ। which is a mixture of different words and alphabets from different languages. ਯਹੋਵਾ ਜਿਹੜਾ ਨਾਂ ਹੈਗਾ ਉਹ ਫਰਕ ਅਕਸ਼ਰ ਇਕੱਠੇ ਕੀਤੇ ਗਏ ਹੈਗੇ ਆ ਤਾਂ ਜਾ ਕੇ ਯਹੋਵਾ ਨਾਂ ਬਣਦਾ। But God's name cannot be pronounced. ਪਰਮੇਸ਼ਰ ਦਾ ਨਾਂ ਅਸੀਂ ਨਹੀਂ ਲੈ ਸਕਦੇ ਹੈਗੇ। But the most likely pronunciation is Yahweh. ਯਾਵੇ ਤਰਜਮਾ ਹੈਗਾ। But in the Bible in the Old Testament, ਪਰ ਪੁਰਾਣੇ ਨਿਯਮ ਵਿੱਚ ਪ੍ਰਭੂ ਦੇ ਵਚਨ ਵਿੱਚ the Jews took out his name in the ਯਹੂਦੀਆਂ Old ਨੇ Testament ਯਹੂਦੀਆਂ ਨੇ ਪ੍ਰਭੂ ਦਾ ਨਾਮ ਲੈ ਕੇ ਹਿੱਸਾ ਬਾ ਹਿੱਸਾ and they put the word in Lord in capitals. ਲੋਡ ਪਰਮੇਸ਼ਰ ਦਾ ਨਾਮ ਰੱਖਿਆ। So where you have Lord in the Old Testament, ਸੋ ਪੁਰਾਣੇ ਨਿਯਮ ਵਿੱਚ ਜਿੱਥੇ ਲੋਡ ਹੈਗਾ originally it was YHWH or Yahweh. ਜਿੱਥੇ ਪ੍ਰਭੂ ਹੈਗਾ ਹੁਣ ਉੱਥੇ ਪਹਿਲਾਂ ਯਹਵੇ ਸੀਗਾ। And the Jews said, look, God's name is too holy. ਲੋਕੀ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਤੇ ਬਹੁਤ ਕਦੂਸ ਹੈਗਾ, No one can know the exact pronunciation. ਕੋਈ ਇਨਸਾਨ ਪਰਮੇਸ਼ਰ ਦਾ ਨਾਮ ਕਿਸ ਤਰ੍ਹਾਂ ਲੈਣਾ ਹੈਗਾ ਨਹੀਂ ਜਾਣ ਸਕਦਾ ਹੈਗਾ And ਕੋਈ ਵੀ that's why ਇਨਸਾਨ। they put the word in Lord. ਤਾਂ ਹੀ ਉਹਨਾਂ ਨੇ ਪ੍ਰਭੂ ਲੋਡ ਲਿਖਿਆ। But the meaning of Yahweh ਪਰ ਯਹਵੇ ਦਾ ਮਤਲਬ ਹੈਗਾ, is linked to how God describes himself here. ਯਹਵੇ ਦਾ ਮਤਲਬ ਹੈਗਾ ਕਿੱਥੇ ਪਰਮੇਸ਼ਰ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸਮਝਾਇਆ ਕਿ ਮੈਂ ਕੌਣ ਹਾਂ। To Moses. ਮੂਸਾ ਨੂੰ He says, my name is I am who I am, or I am. ਪ੍ਰਭੂ ਕਹਿੰਦੇ ਕਿ ਮੈਂ ਹਾਂ ਜੋ ਮੈਂ ਹਾਂ। This is the I am of the Old Testament. ਇਹ ਪੁਰਾਣੇ ਨਿਯਮ ਦਾ ਮੈਂ ਹਾਂ। And we'll see that it's absolutely crucial ਇਹ ਬਹੁਤ ਜ਼ਰੂਰੀ ਗੱਲ ਹੈਗੀ ਆ to understanding the I am of Christ. ਇਸ ਗੱਲ ਨੂੰ ਸਮਝਣਾ ਕਿ ਪ੍ਰਭੂ ਯਿਸੂ ਮਸੀਹ ਨੇ ਜਦੋਂ ਕਿਹਾ ਕਿ ਮੈਂ ਹਾਂ ਕਿੰਨਾ ਫਰਕ ਹੈਗਾ। It's God's name. ਪਰਮੇਸ਼ਰ ਦਾ ਨਾਮ। So that's the first thing. Secondly, ਇਹ ਪਹਿਲੀ ਗੱਲ। ਦੂਸਰੀ ਗੱਲ, what does I am mean? ਮੈਂ ਹਾਂ ਇਹਦਾ ਮਤਲਬ ਕੀ ਆ? Now, there are three things that are conveyed in this name. ਤਿੰਨ ਗੱਲਾਂ ਹੈਗੀਆਂ ਜਿਹੜੀਆਂ ਸਾਨੂੰ ਇਸ ਨਾਂ ਦੇ ਵਿੱਚ ਦੱਸੀਆਂ ਗਈਆਂ। Firstly, ਪਹਿਲੀ ਗੱਲ, God is eternal. ਪਰਮੇਸ਼ਰ ਸੰਦੀਪਕ ਹੈਗਾ। When we do something wrong, ਅਸੀਂ ਜਦੋਂ ਕੋਈ ਗਲਤ ਕਰਦੇ ਹਾਂ we look ਕੁਛ, for an excuse ਅਸੀਂ ਬਹਾਨਾ ਲੱਭਦੇ ਹਾਂ। and we say, well, I am who I am. ਇਹ ਕਹਿੰਦੇ ਕਿ ਮੈਂ ਤਾਂ ਜਿੱਦਾਂ ਦਾ ਹੈਗਾ ਮੈਂ ਤਾਂ ਉਦਾਂ ਦਾ ਹੈਗਾ। In other words, I do this because I am who I am. That's just who I am. ਮੈਂ ਗਲਤੀ ਕਰ ਲਈ ਕਿਉਂਕਿ ਮੈਂ ਜਿੱਦਾਂ ਦਾ ਹੈਗਾ ਮੈਂ ਇਦਾਂ ਦਾ ਹੈਗਾ, ਮੇਰੇ ਕੋਲ ਗਲਤੀ ਹੋਈ ਦੀ ਹੈਗੀ ਹੈ, ਮੈਂ Can't ਹਾਂ, help it. I am who I am. ਮੈਂ ਕੀ ਕਰਾਂ, ਮੈਂ ਤਾਂ ਇਦਾਂ ਦਾ ਹੈਗਾ ਹੀ ਹਾਂ ਬਸ। When God says, I am who I am, ਪਰ ਜਦੋਂ ਪਰਮੇਸ਼ਰ ਕਹਿੰਦੇ ਆ ਕਿ ਮੈਂ ਹਾਂ ਜੋ ਮੈਂ ਹਾਂ, He's saying, this is what I'm like. ਪ੍ਰਭੂ ਕਹਿੰਦੇ ਮੈਂ ਇਦਾਂ ਦਾ ਹੈਗਾ। This is who I am in substance ਪ੍ਰਭੂ ਕਹਿੰਦੇ ਵਜੂਦਗੀ ਵਿੱਚ ਮੈਂ ਇਦਾਂ ਦਾ ਹੈਗਾ, and in my being. ਆਪਣੇ ਵਜੂਦ ਵਿੱਚ ਮੈਂ ਇਦਾਂ ਦਾ ਹਾਂ। That I am God. ਮੈਂ ਪਰਮੇਸ਼ਰ ਹਾਂ, I am. ਮੈਂ ਹਾਂ, ਮੈਂ ਹੈਗਾ। That's who I am. ਪ੍ਰਭੂ ਕਹਿੰਦੇ ਮੈਂ ਹੈਗਾ, ਇਦਾਂ ਦਾ ਮੈਂ ਹੈਗਾ। And these words, I am, convey the fact that God is eternal. ਇਹ ਸਾਨੂੰ ਦੱਸ ਦੇਗਾ ਕਿ ਮੈਂ ਹਾਂ ਜੋ ਕਹਿੰਦਾ ਪ੍ਰਭੂ ਕਹਿੰਦਾ ਕਿ ਮੈਂ ਹਮੇਸ਼ਾ ਦੇ ਲਈ ਹਾਂ। It doesn't say I was in the past ਪ੍ਰਭੂ ਇਹ ਨਹੀਂ ਕਹਿੰਦੇ ਕਿ ਮੈਂ ਸੀਗਾ or I will be in the future, ਜਾਂ ਅੱਗੇ ਚੱਲ ਕੇ ਮੈਂ ਇਦਾਂ ਦਾ ਹੋਊਂਗਾ। but I am ਪ੍ਰਭੂ ਕਹਿੰਦੇ ਕਿ ਮੈਂ ਹਾਂ in the present, ਹੁਣ ਅੱਜ ਮੈਂ ਇਦਾਂ ਦਾ ਹਾਂ। in the past, in the future. I am. I've always been. ਪਹਿਲਾਂ ਬੀਤੇ ਸਮੇਂ ਵਿੱਚ, ਆਉਣ ਵਾਲੇ ਸਮੇਂ ਵਿੱਚ, ਹੁਣ ਹਰ ਵੇਲੇ ਮੈਂ ਹਾਂ ਜੋ ਮੈਂ ਹਾਂ। And I always will be. ਪ੍ਰਭੂ ਕਹਿੰਦੇ ਮੈਂ ਇਦਾਂ ਦਾ ਹੀ ਹੋਊਂਗਾ। I've always existed. I have no beginning or end. ਮੈਂ ਹਮੇਸ਼ਾ ਸੀਗਾ, ਨਾ ਮੇਰੀ ਕੋਈ ਸ਼ੁਰੂਆਤ ਹੈਗੀ ਨਾ ਮੇਰੇ ਕੋਈ ਆਖਰ ਹੈਗੀ ਆ। God has always been. God is eternal. ਪਰਮੇਸ਼ਰ ਹਮੇਸ਼ਾ ਸੰਦੀਪਕ ਸਰਵਸ਼ਕਤੀਮਾਨ ਪਰਮੇਸ਼ਰ ਹੈ। Psalm 90 verse 2 says God is from everlasting to everlasting. ਜ਼ਬੂਰ 90:2 ਚ ਲਿਖਿਆ ਕਿ ਪ੍ਰਭੂ ਕਹਿੰਦਾ ਕਿ ਮੈਂ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਤੱਕ ਇਦਾਂ ਦਾ ਹੀ ਹਾਂ। God is not created. ਪਰਮੇਸ਼ਰ ਨੂੰ ਕਿਸੇ ਨੇ ਬਣਾਇਆ ਨਹੀਂ ਹੈਗਾ। God lives outside time. ਪ੍ਰਭੂ ਸਮੇਂ ਦੇ ਦਾਇਰੇ ਤੋਂ ਬਾਹਰ ਰਹਿੰਦੇ ਹੈਗੇ It's ਆ। like reading a book. ਜਿੱਦਾਂ ਅਸੀਂ ਕਿਤਾਬ ਪੜ੍ਹਦੇ ਹਾਂ, You know, we're in the middle of it. ਅਸੀਂ ਕਿਤਾਬ ਪੜ੍ਹਦੇ ਹਾਂ, We don't know the end. ਸਾਨੂੰ ਪਤਾ ਨਹੀਂ ਕਿ ਕਿਤਾਬ ਦੇ ਆਖਿਰ ਕੀ ਹੋਣੀ ਆ। But God knows the beginning, the middle, and the end. He eternally lives outside time. He's ਪ੍ਰਭੂ ਨੂੰ above it. ਪਤਾ ਸ਼ੁਰੂਆਤ ਕੀ ਹੈਗੀ ਆ, ਪ੍ਰਭੂ ਨੂੰ ਪਤਾ ਆਖਿਰ ਕੀ ਹੈਗੀ, ਕਿਉਂਕਿ ਪ੍ਰਭੂ ਸਮੇਂ ਤੋਂ ਬਾਹਰ, ਸਮੇਂ ਤੋਂ ਉੱਪਰ ਰਹਿੰਦੇ ਆ। God says, I am who I am. ਪ੍ਰਭੂ ਕਹਿੰਦੇ ਮੈਂ ਜੋ ਹਾਂ ਸੋ ਮੈਂ ਹਾਂ। Isn't this comforting ਕੀ ਸਾਨੂੰ ਸੁਣ ਕੇ ਤਸੱਲੀ ਨਹੀਂ ਮਿਲਦੀ? for every Christian? ਹਰ ਵਿਸ਼ਵਾਸੀ ਨੂੰ God knows
everything about us, past, present, future. ਕਿ ਪ੍ਰਭੂ ਸਾਡੇ ਬਾਰੇ ਸਭ ਕੁਝ ਜਾਣਦੇ ਹੈਗੇ ਆ, ਆਉਣ ਵਾਲੇ ਸਮੇਂ ਬਾਰੇ, ਬੀਤੇ ਸਮੇਂ ਬਾਰੇ ਸਭ ਕੁਝ ਜਾਣਦੇ He ਆ। knows when we were born. ਪ੍ਰਭੂ ਸਾਨੂੰ ਪਤਾ ਸੀ ਪੈਦਾ He ਕਦੋਂ ਹੋਇਆ, knows exactly equally when we're going to die. ਪ੍ਰਭੂ ਸਾਨੂੰ ਪਤਾ ਸੀ ਕਦੋਂ ਔਰ ਕਿੱਥੇ ਮਰਨਾ। So we need not worry. ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। Our life is in God's hands. ਸਾਡੀ ਜ਼ਿੰਦਗੀ ਪ੍ਰਭੂ ਦੇ ਹੱਥਾਂ 'ਚ ਹੈਗੀ ਆ। And He will provide for us ਪ੍ਰਭੂ ਸਾਡੀ ਜ਼ਰੂਰਤਾਂ ਪੂਰੀਆਂ until we ਕਰਨਗੇ depart. ਜਦੋਂ ਅਸੀਂ ਜਾਵਾਂਗੇ। He has His plans. ਪ੍ਰਭੂ ਦੀ ਯੋਜਨਾ ਹੈਗੀ ਆ। COVID cannot kill us. ਕੋਵਿਡ ਸਾਨੂੰ ਮਾਰ ਨਹੀਂ ਸਕਦਾ। If God's plans and purposes for us are not complete, ਜੇ ਜਿੰਨਾ ਚਿਰ ਪ੍ਰਭੂ ਦੇ ਇਰਾਦੇ ਸਾਡੇ ਲਈ ਪੂਰੇ ਨਹੀਂ ਹੁੰਦੇ। God is eternal. ਪ੍ਰਭੂ ਸੰਦੀਪਕ ਹੈਗੇ ਆ। I am who I am. ਪ੍ਰਭੂ ਕਹਿੰਦੇ ਮੈਂ ਹਾਂ ਸੋ ਮੈਂ ਹਾਂ। Secondly, ਦੂਸਰੀ ਗੱਲ, God is self-existent. I am who I am. ਪ੍ਰਭੂ ਕਹਿੰਦੇ ਮੈਂ ਹਾਂ ਜੋ ਮੈਂ ਹਾਂ, ਯਾਨੀ ਕਿ ਪ੍ਰਭੂ ਆਪਣੇ ਆਪ ਵਿੱਚ ਮੌਜੂਦ ਹੈਗੇ ਆ। This means that God needs nothing ਪ੍ਰਭੂ ਨੂੰ, ਪਰਮੇਸ਼ਰ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ for His existence. Nothing in creation. ਆਪਣੇ ਜੀਣ ਦੇ ਲਈ ਪ੍ਰਭੂ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਸ੍ਰਿਸ਼ਟੀ ਵਿੱਚੋਂ। No one created Him. ਕਿਸੇ ਨੇ ਰੱਬ ਨੂੰ ਬਣਾਇਆ ਨਹੀਂ। He has existence and life in Himself. ਪਰਮੇਸ਼ਰ ਦਾ ਆਪਣੇ ਆਪ ਵਿੱਚ ਵਜੂਦ ਹੈਗਾ, ਜ਼ਿੰਦਗੀ ਹੈਗੀ ਆ, ਜਾਨ ਹੈਗੀ ਆ। And God is perfectly content ਪਰਮੇਸ਼ਰ ਆਪਣੇ ਆਪ ਵਿੱਚ ਸੰਪੂਰਨ ਹੈਗੇ ਆ ਔਰ ਤ੍ਰਿਪਤ ਹੈਗੇ ਆ। and satisfied in His being. He lacks nothing. ਪਰਮੇਸ਼ਰ ਵਿੱਚ ਕੋਈ ਕਮੀ ਨਹੀਂ ਹੈਗੀ, ਉਹ ਆਪਣੇ ਆਪ ਵਿੱਚ ਆਪਣੀ ਮੌਜੂਦਗੀ ਦੇ ਵਿੱਚ ਪਰਮੇਸ਼ਰ ਖੁਸ਼ ਹੈਗੇ ਆ। Acts 17 verse 25. ਸੁਣੋ ਦੇ ਕਰਤਵ 7:25। Paul says God is not worshipped with men's hands as though He needed anything. ਪੌਲ ਕਹਿੰਦਾ ਕਿ ਪਰਮੇਸ਼ਰ ਲੋਕਾਂ ਦੀ ਇਬਾਦਤ ਤੇ ਕਰਕੇ ਜਿੰਦਾ ਨਹੀਂ ਹੈਗਾ ਕਿ ਜਿੱਦਾਂ ਉਹਨੂੰ ਚਾਹੀਦੀ ਇਬਾਦਤ ਲੋਕਾਂ ਦੀ ਜੀਣ ਦੇ ਲਈ। Sadly, some people say, God created us and the world because He was lonely and incomplete and lost. ਦੁੱਖ ਦੀ ਗੱਲ ਹੈ, ਲੋਕੀ ਸੋਚਦੇ ਆ ਕਿ ਪਰਮੇਸ਼ਰ ਨੇ ਇਨਸਾਨ ਨੂੰ ਇਸ ਕਰਕੇ ਬਣਾਇਆ ਕਿਉਂਕਿ ਉਹਨੂੰ ਇਬਾਦਤ ਦੀ ਲੋੜ ਸੀਗੀ, ਉਹਨੂੰ ਚਾਹੀਦਾ ਹੈਗਾ ਕਿ ਕੋਈ ਉਹਦੀ ਇਬਾਦਤ ਕਰੇ, ਇਸ ਕਰਕੇ ਉਹਨੇ ਲੋਕਾਂ ਨੂੰ ਬਣਾਇਆ, ਸਾਨੂੰ ਬਣਾਇਆ। That's blasphemy. ਇਹ ਕੁਫਰ ਹੈਗਾ। God is totally complete and content in ਪਰਮੇਸ਼ਰ Himself. ਆਪਣੇ ਆਪ ਦੇ ਸੰਪੂਰਨ ਹੈਗੇ ਆ, ਆਪਣੇ ਆਪ ਵਿੱਚ ਤ੍ਰਿਪਤ ਹੈਗੇ, ਖੁਸ਼ ਹੈਗੇ ਆ। ਉਹਨਾਂ ਨੂੰ ਸਾਡੇ ਵਰਗੇ ਨਾ ਚੀਜ਼ ਇਨਸਾਨ ਦੀ ਲੋੜ ਨਹੀਂ ਹੈਗੀ। And He needs absolutely nothing. ਪਰਮੇਸ਼ਰ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ For His satisfaction. ਆਪਣੀ ਸੰਪੂਰਨਤਾ ਦੇ ਲਈ। Or He needs nothing to exist. ਪਰਮੇਸ਼ਰ ਨੂੰ ਕਿਸੇ ਦੀ ਲੋੜ ਨਹੀਂ ਹੈਗੀ ਕਿ ਉਹ ਜੀ ਸਕੇ। I think one of the things that we've learned in this pandemic ਇਸ ਮੁਸ਼ਕਿਲ ਦੇ ਵਿੱਚ, ਇਸ ਵਬਾ ਵਿੱਚ ਅਸੀਂ ਇੱਕ ਗੱਲ ਜੋ ਸਿੱਖੀ ਹੈ is the fact that all of us are weak ਕਿ ਅਸੀਂ ਸਾਰੇ ਕਮਜ਼ੋਰ ਹਾਂ, and we are frail ਅਸੀਂ ਨਤਾਨੇ ਹਾਂ, and we are dependent beings. ਅਸੀਂ ਇੱਕ ਭਰੋਸਾ ਰੱਖਣ ਵਾਲੇ ਹੈਗੇ ਇੱਕ ਦੂਸਰੇ ਤੇ। We depend on God ਅਸੀਂ ਪ੍ਰਭੂ ਤੇ ਭਰੋਸਾ to ਰੱਖਦੇ give ਹਾਂ us rain and sunshine ਕਿ ਪ੍ਰਭੂ ਸਾਨੂੰ ਮੀਂਹ ਦੇਵੇ, ਸਾਨੂੰ ਧੁੱਪ ਦੇਵੇ, and the earth to produce plants so there's food for us. ਧਰਤੀ ਸਾਡੇ ਲਈ ਅਨਾਜ ਪੈਦਾ ਕਰੇ ਕਿ ਅਸੀਂ ਰੋਟੀ ਖਾ ਕੇ ਜੀ ਸਕੀਏ। We are dependent on others. ਅਸੀਂ ਦੂਸਰੇ ਲੋਕਾਂ ਤੇ ਭਰੋਸਾ ਰੱਖਣ ਵਾਲੇ ਹੈਗੇ ਹਾਂ। We are so dependent on doctors and nurses and medical staff. ਡਾਕਟਰਾਂ ਉੱਤੇ, ਨਰਸਾਂ ਉੱਤੇ, ਬਾਕੀ ਜੋ ਸੇਵਾ ਕਰਦੇ ਆ। We are dependent on tablets, ਗੋਲੀਆਂ ਉੱਤੇ ਅਸੀਂ ਭਰੋਸਾ ਰੱਖਦੇ ਹਾਂ, on ventilators, ਵੈਂਟੀਲੇਟਰਾਂ ਉੱਤੇ, on scientists to produce a vaccine. ਕਿ ਸਾਇੰਟਿਸਟ ਦਵਾਈ ਪੈਦਾ ਕਰਨ ਬਿਮਾਰੀ ਮਾਰਨ ਦੇ ਲਈ। Can you see how dependent we are on people? ਦੇਖਿਆ ਸੀ ਕਿੰਨੇ ਅਸੀਂ ਮੁਹਤਾਜ ਹੈਗੇ ਦੂਸਰੇ ਲੋਕਾਂ ਦੇ। We need companionship. ਸਾਨੂੰ- Many people have been lonely and ਸਾਨੂੰ they crave ਸਾਥ ਚਾਹੀਦਾ। companionship. ਸਾਨੂੰ ਸਾਥ ਚਾਹੀਦਾ ਕਿਸੇ ਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਕੱਲੇ ਰਹਿ ਗਏ ਹੈਗੇ ਜਾਂ ਇਕੱਲੇ ਮਹਿਸੂਸ ਕਰਦੇ ਆ। Some people cannot live without television ਕੁਝ ਲੋਕ ਟੈਲੀਵਿਜ਼ਨ ਦੇ ਬਗੈਰ ਨਹੀਂ ਜੀ ਸਕਦੇ, or mobiles or cars or ਜਾਂ gadgets. ਮੋਬਾਈਲ ਫੋਨ ਤੋਂ ਬਗੈਰ, ਜਾਂ ਗੱਡੀਆਂ ਬਗੈਰੋਂ, ਜਾਂ ਟੈਲੀਫੋਨਾਂ ਬਗੈਰੋਂ। In the modern world, we have become so dependent on things for our existence and happiness. ਅੱਜ ਦੀ ਦੁਨੀਆ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਉੱਤੇ ਭਰੋਸਾ ਰੱਖਦੇ ਹੈਗੇ ਜੀਣ ਦੇ ਲਈ ਔਰ ਆਪਣੇ ਆਪ ਨੂੰ ਖੁਸ਼ੀ ਦੇਣ ਦੇ ਲਈ। But God says, I am who I am. ਪ੍ਰਭੂ ਕਹਿੰਦੇ ਆ ਕਿ ਮੈਂ ਹਾਂ ਜੋ ਮੈਂ ਹਾਂ, I am Yahweh. ਮੈਂ ਯਾਹਵੇ ਹੈਗਾ। I need nothing for my existence or satisfaction. ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਤ੍ਰਿਪਤਾ ਦੇ ਲਈ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਜੀਣ ਦੇ ਲਈ, ਮੈਂ ਆਪਣੇ ਆਪ ਵਿੱਚ ਸੰਪੂਰਨ ਹੈਗਾ। And the wonder and the mercy and the grace and the goodness of God ਉਹ ਦਇਆ, ਉਹ ਫਜ਼ਲ, ਉਹ ਮਿਹਰ ਪ੍ਰਭੂ ਦੀ ਜੋ ਸਾਡੇ ਤੇ ਹੋਈ ਆ। is this, that although God needs nothing, ਉਹ ਇਹ ਗੱਲ ਹੈ ਕਿ ਬੇਸ਼ੱਕ ਪ੍ਰਭੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, God has decreed, God has chosen out of love
and compassion. ਪਰਮੇਸ਼ਵਰ ਨੇ ਇਕਰਾਰ ਕੀਤਾ, ਪਰਮੇਸ਼ਵਰ ਨੇ ਚਾਹਿਆ ਕਿ ਪਿਆਰ ਵਿੱਚ ਹੋ ਕੇ, ਖੁਸ਼ੀ ਦੇ ਵਿੱਚ ਹੋ ਕੇ, That we can be meaningful to Him. ਕਿ ਅਸੀਂ ਉਹਦੇ ਕਿਸੇ ਕੰਮ ਆ ਸਕੀਏ, And we can bring Him delight and glory. ਅਸੀਂ ਉਹਨੂੰ ਖੁਸ਼ੀ ਲੈ ਕੇ ਆ ਸਕਦੇ ਹੈਗੇ ਆ, ਅਸੀਂ ਉਹਨੂੰ ਤ੍ਰਿਪਤਾ ਦੇ ਸਕਦੇ ਹੈਗੇ ਆ। And if we think about it, ਜੇ ਸੋਚੀਏ, isn't this a privilege for us? ਇਹ ਸਾਡੇ ਲਈ ਆਦਰ ਹੈਗਾ, An honor? ਇੱਕ ਆਦਰ ਹੈਗਾ ਸਾਡੇ ਲਈ। If we are Christians this morning, ਅੱਜ ਸਵੇਰੇ ਜੇ ਅਸੀਂ ਵਿਸ਼ਵਾਸੀ ਹਾਂ ਤੇ ਸਾਡੇ ਲਈ ਆਦਰਯੋਗ ਗੱਲ ਹੈਗੀ ਆ the God who needs nothing ਕਿ ਪਰਮੇਸ਼ਵਰ ਜਿਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, has chosen to delight in His people. ਉਹਨੇ ਇਹ ਚਾਹਿਆ ਕਿ ਉਹ ਸਾਡੇ ਵਿੱਚ ਆਪਣੀ ਖੁਸ਼ੀ ਰੱਖੇ। This is our God. ਇਹ ਸਾਡਾ ਪਰਮੇਸ਼ਵਰ ਆ। Yahweh, I am who I am. ਯਾਹਵੇ, ਮੈਂ ਹਾਂ ਜੋ ਮੈਂ ਹਾਂ। This is His name. ਇਹ ਉਹਦਾ ਨਾਂ ਹੈਗਾ। It conveys that He's eternal. ਉਹਦਾ ਨਾਂ ਦਾ ਪਤਾ ਲੱਗਦਾ ਕਿ ਉਹ ਸੰਦੀਪ ਅਕਾਲ ਦੇ ਲਈ It ਹੈਗਾ, conveys that He's self-existent. ਉਹ ਖੁਦ ਵਿੱਚ ਵਜੂਦ ਰੂਗੀ ਰੱਖਦਾ। Thirdly, it conveys that God is unchanging or immutable. ਤੀਸਰੀ ਗੱਲ ਦੱਸਦਾ ਕਿ ਪ੍ਰਭੂ ਯੀਸ਼ੂ ਪਰਮੇਸ਼ਵਰ ਨਾ ਬਦਲਣ ਵਾਲਾ, ਨਾ ਹਿੱਲਣ ਵਾਲਾ ਹੈਗਾ। In other words, God in His character and His being, ਪਰਮੇਸ਼ਵਰ ਆਪਣੇ ਸੁਭਾਅ ਦੇ ਵਿੱਚ, ਆਪਣੀ ਵਜੂਦਗੀ ਦੇ ਵਿੱਚ, and therefore in His promises and purposes, does not change. ਆਪਣੇ ਵਾਅਦਿਆਂ ਵਿੱਚ, ਆਪਣੇ ਇਰਾਦਿਆਂ ਵਿੱਚ, ਆਪਣੇ ਮਕਸਦ ਵਿੱਚ ਕਦੇ ਨਹੀਂ ਬਦਲਦਾ, ਕਦੇ ਨਹੀਂ ਹਿਲਦਾ। I am, He says. ਪ੍ਰਭੂ ਕਹਿੰਦੇ ਮੈਂ ਹਾਂ। This is God unchanging. ਪਰਮੇਸ਼ਵਰ ਜਿਹੜਾ ਕਿ ਨਾ ਬਦਲਣ ਵਾਲਾ। In Malachi chapter 3 and verse 6, ਮਲਾਕੀ 3:6 ਦੇ ਵਿੱਚ it says, "For I am the Lord, or Yahweh, I do not change." ਉਹ ਕਹਿੰਦੇ ਮੈਂ ਪਰਮੇਸ਼ਵਰ ਯਾਹਵੇ ਹਾਂ, ਮੈਂ ਬਦਲਣ ਵਾਲਾ ਨਹੀਂ। Look at your passport photographs over the last 20, 30 years if you're old enough. ਪਿਛਲੇ 20-30 ਸਾਲਾਂ ਤੋਂ ਦੇਖੋ ਆਪਣੀ ਪਾਸਪੋਰਟ ਦੀ ਫੋਟੋ ਜਿਹੜੀ ਹੈਗੀ ਆ, ਜੇ ਤੁਹਾਨੂੰ ਯਾਦ ਆ, Can you see how we change? ਕਿੱਦਾਂ ਬਦਲ ਗਏ ਤੁਸੀਂ। You know, we had hair, but now we have no hair. ਪਹਿਲਾਂ ਲੰਬੇ ਵਾਲ ਸੀਗੇ, ਅੱਜ ਕੱਲ੍ਹ ਕਈਆਂ ਦੇ ਵਾਲ ਹੈ ਨਹੀਂ। We had black hair, now we have white hair. ਫੋਟੋ ਦੇ ਤੁਹਾਡੇ ਪਾਸਪੋਰਟ ਦੇ ਕਾਲੇ ਵਾਲ ਸੀਗੇ, ਹੁਣ ਤੁਹਾਡੇ ਚਿੱਟੇ ਵਾਲ ਆ ਗਏ। There's wrinkles on our faces. ਪਹਿਲਾਂ ਮੂੰਹ ਸੋਹਣੇ ਸੀਗਾ, ਮੂੰਹ ਤੇ ਝੁਰੀਆਂ ਪੈ ਗਈਆਂ। We change. ਬਦਲ ਜਾਂਦੇ ਅਸੀਂ। Or you children. ਤੁਹਾਡੇ ਬੱਚੇ, We haven't been seeing the children in church because of COVID. ਕੋਵਿਡ ਕਰਕੇ ਅਸੀਂ ਬੱਚਿਆਂ ਨੂੰ ਨਹੀਂ ਦੇਖ ਸਕੇ ਚਰਚ But ਵਿੱਚ। after months and months, when we started meeting, we noticed some of the children have changed. ਬਹੁਤ ਸਾਰੇ ਮਹੀਨੇ ਬਾਅਦ ਜੋ ਅਸੀਂ ਦੇਖਦੇ ਹਾਂ ਕਿ ਸਾਡੇ ਬੱਚੇ ਵੀ ਬਦਲ ਗਏ ਆ। They've grown up. ਬੱਚੇ ਵੱਡੇ ਹੋ ਗਏ, They've gone taller. ਲੰਬੇ ਹੋ ਗਏ, And some have gone wider. ਕਈ ਮੋਟੇ ਹੋ ਗਏ। Children have changed. ਬੱਚੇ ਬਦਲ ਗਏ, We change. ਅਸੀਂ ਬਦਲ ਜਾਂਦੇ ਹਾਂ। Physically, we change in our characters. ਆਪਣੇ ਸੁਭਾਅ ਵਿੱਚ ਅਸੀਂ ਬਦਲ ਜਾਂਦੇ ਹਾਂ। As we get older, ਅਸੀਂ ਸਿਆਣੇ ਹੋ ਜਾਂਦੇ ਹਾਂ, we may mellow in certain areas. ਕਈ ਦਫਾ ਅਸੀਂ ਨਰਮ ਹੋ ਜਾਂਦੇ ਹਾਂ ਕਈ ਹਿੱਸਿਆਂ ਵਿੱਚ, Or we may become more stubborn or difficult. ਕਈ ਦਫਾ ਅਸੀਂ ਜ਼ਿਆਦਾ ਆਕੜ ਜਾਂਦੇ ਜਾਂ ਅਸੀਂ ਜਿੱਦ ਫੜ ਲੈਂਦੇ ਹਾਂ। But God never changes. ਪਰ ਪਰਮੇਸ਼ਵਰ ਕਦੇ ਨਹੀਂ ਬਦਲਦਾ। And that's reassuring for us. ਇਹ ਸਾਨੂੰ ਹੌਸਲਾ ਮਿਲਦਾ ਜਾਣ ਕੇ, Because it means that we can trust Him. ਕਿਉਂਕਿ ਸਾਨੂੰ ਪਤਾ ਕਿ ਅਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖ ਸਕਦੇ ਹਾਂ, Because He keeps His promises. ਕਿਉਂਕਿ ਪ੍ਰਭੂ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਆ। If you gave me 10,000 pounds ਭਾਈ ਕਹਿੰਦੇ ਜੇ ਤੁਸੀਂ ਮੈਨੂੰ 10,000 ਪਾਉਂਡ ਦਿਓ on trust, ਭਰੋਸਾ ਰੱਖ and ਕੇ, I said to you, I'll pay you back in a year, ਮੈਂ ਕਹੂੰਗਾ ਕਿ ਤੁਹਾਨੂੰ ਸਾਲ ਬਾਅਦ ਮੈਂ ਤੁਹਾਨੂੰ ਪੈਸੇ ਮੁੜ ਕੇ ਦੇ ਦੂੰਗਾ। then I change my mind, ਜੇ ਮੈਂ ਬਾਅਦ ਚ ਬਦਲ ਜਾਵਾਂ, you would never trust me again. ਤੁਸੀਂ ਮੁੜ ਕੇ ਫਿਰ ਮੇਰੇ ਤੇ ਕਦੇ ਭਰੋਸਾ ਨਹੀਂ ਕਰੋਗੇ। People are fickle. People change. ਲੋਕੀ ਬਦਲ ਜਾਂਦੇ, ਧੀਵੇਂ ਹੈਗੇ ਆ, People change their minds. Therefore, we can't trust their words. ਕਿਉਂਕਿ ਲੋਕੀ ਬਦਲ ਜਾਂਦੇ ਆ, ਅਸੀਂ ਉਹਨਾਂ ਦੀ ਜ਼ੁਬਾਨ ਉੱਤੇ ਭਰੋਸਾ ਨਹੀਂ ਰੱਖ ਸਕਦੇ। But God never changes. ਪਰ ਪਰਮੇਸ਼ਰ ਸਾਡਾ ਕਦੇ ਨਹੀਂ ਬਦਲਦਾ। He always keeps His word. He keeps His promises. ਪ੍ਰਭੂ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ, ਆਪਣੀ ਗੱਲਾਂ ਨੂੰ ਪੂਰੀਆਂ ਕਰਦਾ। He promises to save all those that come to Christ. ਪ੍ਰਭੂ ਕਹਿੰਦਾ ਕਿ ਜਿੰਨੇ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਆਓਗੇ ਮੈਂ ਬਚਾਊਂਗਾ। To forgive all our sins. ਪ੍ਰਭੂ ਕਹਿੰਦਾ ਮੈਂ ਤੁਹਾਡੇ ਸਾਰੇ ਪਾਪ ਮਾਫ ਕਰਦਾ। He promises eternal life. ਪ੍ਰਭੂ ਕਹਿੰਦੇ ਮੈਂ ਤੁਹਾਨੂੰ ਸਦੀਵਕ ਜੀਵਨ ਦੇਣਾ। He promises to be with us. ਪ੍ਰਭੂ ਕਹਿੰਦੇ ਮੈਂ ਤੁਹਾਡੇ ਨਾਲ ਹੋਊਂਗਾ। He promises that everything that happens to us has a good purpose. ਪ੍ਰਭੂ ਕਹਿੰਦੇ ਕਿ ਜੋ ਤੁਹਾਡੇ ਨਾਲ ਹੁੰਦਾ ਕਿਸੇ ਮਕਸਦ ਦੇ ਲਈ ਹੁੰਦਾ। This is our God. ਇਹ ਸਾਡਾ ਪਰਮੇਸ਼ਰ ਹੈ। He tells Moses ਪ੍ਰਭੂ ਕਹਿੰਦੇ ਮੂਸਾ ਨੂੰ that although Israel were in the fire, in slavery, ਬੇਸ਼ੱਕ ਇਜ਼ਰਾਈਲ ਅੱਗ ਵਿੱਚ ਸੀਗਾ, ਗੁਲਾਮੀ ਵਿੱਚ ਸੀਗੇ,
I am who I am. I will rescue them. ਪ੍ਰਭੂ ਕਹਿੰਦੇ ਮੈਂ ਹਾਂ ਜੋ ਮੈਂ ਹਾਂ, ਮੈਂ ਉਹਨਾਂ ਨੂੰ ਬਚਾਊਂਗਾ, I will not ਛੁਡਾਊਂਗਾ। allow them to be burnt ਮੈਂ ਨਹੀਂ ਹੋਣ ਦਊਂਗਾ ਕਿ ਉਹ ਭਸਮ ਹੋ ਜਾਣ, because I am with them. ਕਿਉਂਕਿ ਮੈਂ ਉਹਨਾਂ ਦੇ ਨਾਲ ਹਾਂ। He says to Moses, this is my name. ਪ੍ਰਭੂ ਕਹਿੰਦੇ ਮੂਸਾ ਨੂੰ ਆ ਮੇਰਾ ਨਾਮ ਹੈਗਾ, I am who I am. ਮੈਂ ਹਾਂ ਜੋ ਮੈਂ ਹਾਂ, I am God. ਮੈਂ ਪਰਮੇਸ਼ਵਰ ਹਾਂ, I am eternal. ਮੈਂ ਸਦੀਪਕ ਹੈਗਾ, I am self-existent. ਮੈਂ ਆਪਣੇ ਆਪ ਵਿੱਚ ਵਜੂਦਗੀ ਰੱਖਦਾ, I am unchanging, immutable in my character. ਮੈਂ ਨਾ ਬਦਲਣ ਵਾਲਾ ਨਾ ਹਿੱਲਣ ਵਾਲਾ ਆਪਣੇ ਸੁਭਾਅ ਦੇ ਵਿੱਚ। Therefore, Moses, you go and I'll be with you. ਮੂਸਾ ਤੂੰ ਜਾ, ਮੈਂ ਤੇਰੇ ਨਾਲ ਹੈਗਾ। The problem with humanity ਇਨਸਾਨੀਅਤ ਵਿੱਚ ਕੀ ਮੁਸ਼ਕਿਲ ਹੈਗੀ ਆ, is that we think we are self-sufficient. ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਆਪ ਵਿੱਚ ਸਾਰਾ ਕੁਝ ਕਰ ਸਕਦੇ ਹਾਂ। I am who I am. ਮੈਂ ਹਾਂ ਜੋ ਮੈਂ ਹਾਂ, I'm in charge. I don't need God. ਮੈਨੂੰ ਰੱਬ ਦੀ ਲੋੜ ਨਹੀਂ ਹੈਗੀ, ਮੈਂ ਆਪਣੀ ਜ਼ਿੰਦਗੀ ਦਾ ਖੁਦ ਮਾਲਕ I can ਹਾਂ। manage on my own. Thank you very much. ਥੈਂਕ ਯੂ, ਮੈਂ ਆਪ ਹੀ ਸਾਰਾ ਕੁਝ ਕਰ ਲਵਾਂਗਾ, ਮੈਨੂੰ ਲੋੜ ਨਹੀਂ ਕਿਸ ਦੀ। There's a song that Frank Sinatra made famous. ਇਹ ਗੀਤ ਹੈਗਾ ਜਿਹੜਾ ਫਰੈਂਕ ਸਿਨਾਟਰਾ ਗਾਉਣ ਵਾਲੇ ਨੇ ਮਸ਼ਹੂਰ ਕੀਤਾ। He said, I did it my way. ਕੀ ਕਹਿੰਦਾ ਕਹਿੰਦਾ ਮੈਂ ਆਪਣੇ ਤਰੀਕੇ ਨਾਲ ਸਾਰਾ ਕੁਝ ਕੀਤਾ। He says this in the song. ਗੀਤ ਕਿ ਲਿਖਦਾ ਉਹ, For what is man? What has he got? If not himself, then he has naught. ਉਹ ਕਹਿੰਦਾ ਬੰਦਾ ਕੀ ਹੈਗਾ, ਉਹਨੇ ਕੀ ਕੀਤਾ ਹੈਗਾ, ਜਿਹਨੇ ਆਪਣੇ ਆਪ ਲਈ ਕੁਛ ਨਹੀਂ ਕੀਤਾ ਤਾਂ ਉਹਨੇ ਕੁਛ ਵੀ ਨਹੀਂ ਕੀਤਾ। And he says, to say the things he feels and not the words of one to whom he kneels. ਕਹਿੰਦਾ ਉਹ ਗੱਲਾਂ ਕਹਿਣੀਆਂ ਆਪਣੇ ਆਪ ਦੇ ਵਿੱਚ, ਪਰ ਜਿਹਨੇ ਉਹ ਗੱਲਾਂ ਕਹਾਈਆਂ ਉਹਦੇ ਅੱਗੇ ਨਹੀਂ ਝੁਕਣਾ। The record shows I took the blows and I did it my way. ਪਤਾ ਲੱਗਦਾ ਕਿ ਮੈਂ ਸਾਰੀ ਝੋਟਾਂ ਝੱਲ ਕੇ ਮੈਂ ਆਪਣੇ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ। What a blasphemous song. ਇਹ ਕੁਫਰ ਬਕਣ ਵਾਲਾ ਗੀਤ ਹੈਗਾ ਇੱਕ। Saying I am who I am. ਉਹ ਕੀ ਕਹਿੰਦਾ ਕਿ ਮੈਂ ਤਾਂ ਹੈਗਾ ਜਿੱਦਾਂ ਦਾ ਹੈਗਾ, ਮੈਂ I'm in charge. I did it my way. ਮੈਂ ਆਪਣੀ ਜ਼ਿੰਦਗੀ ਦਾ ਮਾਲਕ ਹੈਗਾ, ਮੈਂ ਆਪਣੀ ਮਰਜ਼ੀ ਨਾਲ ਕੀਤਾ ਜੋ I ਕੀਤਾ, didn't do it God's way. ਜਿੱਦਾਂ ਰੱਬ ਨੇ ਦੱਸਿਆ ਉਦਾਂ ਨਹੀਂ ਕੀਤਾ ਮੈਂ। This is humanity. ਇਨਸਾਨ ਇਹ ਸੋਚਦਾ, Proud, arrogant. ਕਮੰਡੀ, ਬਹੁਤ ਹੱਠੀ। We need to turn to God. We need to humble ourselves ਸਿੱਖੋ ਰੱਬ ਵੱਲ ਮੁੜਨਾ, ਸਿੱਖੋ ਰੱਬ ਦੇ ਅੱਗੇ ਆ ਕੇ ਝੁਕਣਾ। and realize we're not self-sufficient. ਮਹਿਸੂਸ ਕਰੋ ਕਿ ਅਸੀਂ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦੇ, We need to trust Him ਪਰਮੇਸ਼ਰ ਵਿੱਚ ਭਰੋਸਾ ਰੱਖੀਏ। and to know that whatever we're going through, ਇਹ ਜਾਣਾ ਕਿ ਜੋ ਮਰਜ਼ੀ ਹੋਵੇ ਸਾਡੇ ਨਾਲ, He'll always be with us in the fire. ਪ੍ਰਭੂ ਸਾਡੇ ਨਾਲ ਹੋਗੇ ਹਮੇਸ਼ਾ ਅੱਗ ਦੇ ਵਿੱਚ। This term, I am who I am, or I am, ਇਹ ਜੋ ਵਾਕ ਲਿਖਿਆ ਹੈਗਾ ਕਿ ਮੈਂ ਹਾਂ ਜੋ ਮੈਂ ਹਾਂ, you can see quite clearly ਸਾਫ਼ ਸਾਨੂੰ ਦਿਖਾਈ ਦਿੰਦਾ from Exodus ਕੂਚ ਵਿੱਚੋਂ that it was associated with God. ਪਰਮੇਸ਼ਰ ਦੇ ਬਾਰੇ ਗੱਲ ਹੈਗੀ ਹੈ, Nobody else. ਹੋਰ ਕਿਸੇ ਦੇ ਬਾਰੇ ਨਹੀਂ। And if anybody else used this term, this was blasphemy. ਜੇ ਹੋਰ ਕੋਈ ਇਹ ਲਫ਼ਜ਼ ਇਸਤੇਮਾਲ ਕਰੇ ਕਿ ਮੈਂ ਹਾਂ ਜੋ ਮੈਂ ਹਾਂ, ਉਹ ਕੁਫਰ ਬਕਦਾ ਹੈਗਾ। And the Jews were familiar with this. ਯਹੂਦੀਆਂ ਨੂੰ ਪਤਾ ਸੀ ਇਸ ਗੱਲ ਦਾ। So these are the roots of I am who I am. ਇਹ ਜੜ ਹੈਗੀ ਆ ਉਸ ਦੇ ਬਾਰੇ ਕਿ ਮੈਂ ਹਾਂ ਜੋ ਮੈਂ ਹਾਂ। So we've seen firstly, ਅਸੀਂ ਦੇਖਿਆ ਪਹਿਲਾਂ I am who I am of the Old Testament. ਪੁਰਾਣੇ ਨਿਯਮ ਵਿੱਚ ਕਿ ਮੈਂ ਹਾਂ ਜੋ ਮੈਂ ਹਾਂ ਪ੍ਰਭੂ ਨੇ ਕਿਹਾ। Secondly, what it means. ਦੂਸਰੀ ਗੱਲ ਕਿ ਇਹਦਾ ਮਤਲਬ ਕੀ ਆ। And finally, and very briefly, ਆਖਰ ਦੇ ਵਿੱਚ ਬਹੁਤ ਜਲਦੀ I want to look at the I am of the New Testament very briefly. ਬਹੁਤ ਜਲਦੀ ਨਵੇਂ ਨਿਯਮ ਵਿੱਚ ਜੋ ਮੈਂ ਹਾਂ ਉਹ ਦੇਖਾਂਗੇ। If you turn to John chapter 8, ਇਹ ਦੇਖੀਏ ਯੋਹੰਨਾ 8, here Jesus is in a dispute with his critics. ਅਤੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਬਹਿਸ ਵਿੱਚ ਫਸੇ ਹੋਏ ਆ ਜਿਹੜੇ ਪ੍ਰਭੂ ਦੇ ਵਿੱਚ ਨੁਕਸ ਕੱਢਦੇ ਆ। They accuse him in verse 48 of being a Samaritan or having a demon. 48 ਚ ਕੀ ਕਹਿੰਦੇ ਆ ਕਿ ਤੇਰੇ ਵਿੱਚ ਤਾਂ ਬਦਰੂ ਹੈਗੀ ਆ। And Abraham comes into the conversation. ਅਬਰਾਹਾਮ ਦੇ ਬਾਰੇ ਗੱਲ ਆਉਂਦੀ ਆ। And they say to Jesus in verse 57 57 ਆਇਤ ਵਿੱਚ ਪ੍ਰਭੂ ਨੂੰ ਕਹਿੰਦੇ ਆ that you are not 50 years old. ਕਹਿੰਦੇ ਕਿ ਤੇਰੀ ਉਮਰ ਤਾਂ ਹਜੇ 50 ਸਾਲ ਦੀ ਵੀ ਨਹੀਂ ਹੈਗੀ। And have you seen Abraham? ਤਾਂ ਕੀ ਤੂੰ ਅਬਰਾਹਾਮ ਨੂੰ ਦੇਖਿਆ? What does Jesus say ਪਰਮੇਸ਼ਰ ਪ੍ਰਭੂ ਯਿਸੂ in ਮਸੀਹ verse ਉਹਨਾਂ ਨੂੰ ਕੀ ਕਹਿੰਦੇ ਆ 58? 58 ਆਇਤ ਦੇ ਵਿੱਚ Jesus said to them, most assuredly I say to you, before Abraham was I am. यीशु ने उनसे कहा, मैं तुमसे सच कहता हूँ पेशतर उससे कि अब्राहम पैदा हुआ मैं हूँ। Jesus makes it clear प्रभु यीशु मसीह साफ दस दिया who he was. वो कौन है गया। He doesn't say before Abraham I was. प्रभु ने नहीं कहा कि अब्राहम तो पहला मैं सगा शायद। He says I am. कहते कि मैं हाँ
I've always existed. मैं तो हमेशा सगा हमेशा है I am. मैं हाँ I am eternal. मैं संदीपक हैगा I'm self-existent. मैं खुद वजूद रखने वाला I'm immutable. I'm unchanging in my character. अपने स्वभाव विच ना बदलने वाला ना हिलन वाला In other words, I am God. कहते कि मैं परमेश्वर हाँ We know that this is exactly what Jesus was implying and saying, that he's God. प्रभु यीशु मसीह यही कह रहे थे कि मैं परमेश्वर हाँ कोई शक की गल नहीं हैगी Because in verse 59, क्योंकि जैसी ये देखिए 59 आते ਵਿੱਚ people took up stones ਲੋਕਾਂ ਨੇ ਪੱਥਰ ਚੁੱਕ ਲਏ ਮਾਰਨ ਨੂੰ to throw at him. ਪ੍ਰਭੂ ਦਲ ਮਾਰਨ ਨੂੰ Because Jesus was claiming to be God, and this was blasphemy in the eyes of the Jews. ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਕਹਿਤਾ ਕਿ ਮੈਂ ਹਾਂ ਯਾਨੀ ਕਿ ਮੈਂ ਰੱਬ ਹੈਗਾ ਉਹਨਾਂ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਕੁਫਰ ਬੋਲਦੇ ਆ Every Jew knew that this statement, I am, was only said of God, taken from the Old Testament. ਹਰ ਯਹੂਦੀ ਜਾਣਦਾ ਸੀਗਾ ਕਿ ਜਿਹੜੇ ਲਫ਼ਜ਼ ਪ੍ਰਭੂ ਨੇ ਬੋਲੇ ਹੈਗਾ ਕਿ ਮੈਂ ਹਾਂ ਇਹ ਸਿਰਫ ਪੁਰਾਣੇ ਨਿਯਮ ਵਿੱਚ ਲਿਖਿਆ ਹੈਗਾ ਕਿ ਜਿੱਥੇ ਕਿ ਪਰਮੇਸ਼ਵਰ ਇਹ ਕਹਿ ਸਕਦਾ ਹੈਗਾ ਕਿ ਮੈਂ ਹਾਂ ਜੋ ਮੈਂ ਹਾਂ Jesus is making an incredible statement here. ਪ੍ਰਭੂ ਯੀਸ਼ੂ ਮਸੀਹ ਨੇ ਇੱਕ ਬਹੁਤ ਵੱਡੀ ਗੱਲ ਦਾ ਬਿਆਨ ਕੀਤਾ He's saying, I am Yahweh. ਪ੍ਰਭੂ ਕਹਿੰਦੇ ਕਿ ਮੈਂ ਯਹਵੇ ਹੈਗਾ I am the God who was in the burning bush. ਮੈਂ ਉਹ ਪਰਮੇਸ਼ਵਰ ਹਾਂ ਜਿਹੜਾ ਜਲਦੀ ਹੋਈ ਝਾੜੀ ਦੇ ਵਿੱਚ ਸੀਗਾ I am the God who spoke to Moses, ਮੈਂ ਉਹ ਪਰਮੇਸ਼ਵਰ ਹਾਂ ਜਿਹੜਾ ਮੂਸਾ ਦੇ ਨਾਲ ਬੋਲਿਆ who took his shoes off. ਮੈਂ ਪ੍ਰਭੂ ਮੈਂ ਜੁੱਤੀ ਖੋਲੀ ਆ ਉਹਨੇ ਮੂਸਾ ਨੇ But the people didn't recognize him. They wanted to stone him. ਲੋਕਾਂ ਨੇ ਮਹਿਸੂਸ ਨਹੀਂ ਪਹਿਚਾਣਿਆ ਨਹੀਂ ਉਹਨਾਂ ਨੇ ਪੱਥਰ ਚੁੱਕ ਲਏ ਪ੍ਰਭੂ ਦੇ ਮਾਰਨ ਨੂੰ And sadly, people still do not recognize Jesus ਦੁੱਖ ਦੀ ਗੱਲ ਹੈ ਕਿ ਅੱਜ ਵੀ ਲੋਕੀ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਪਹਿਚਾਨਦੇ as the I am, ਜਿਹੜਾ ਕਿ ਮੈਂ ਹਾਂ ਜੋ that ਹੈ he is God the Son, the second person of the Trinity. ਪਰਮੇਸ਼ਵਰ ਹੈਗਾ ਉਹ ਤ੍ਰਿਵੰਤਾ ਵਿੱਚ ਦੂਸਰਾ ਇਨਸਾਨ ਹੈਗਾ ਸਾਡਾ ਮੁਕਤੀਦਾਤਾ ਹੈਗਾ ਸਾਡਾ ਪਰਮੇਸ਼ਵਰ ਹੈਗਾ And they want to stone him. They want to reject him. ਅੱਜ ਵੀ ਲੋਕੀ ਪੱਥਰ ਚੁੱਕ ਕੇ ਪ੍ਰਭੂ ਦੇ ਮਾਰਨ ਨੂੰ ਤਿਆਰ ਆ And so when Jesus uses these I am statements, ਸੋ ਜਦੋਂ ਪ੍ਰਭੂ book of ਯੀਸ਼ੂ John, ਮਸੀਹ ਇਹ ਮੈਂ ਹਾਂ ਕਹਿੰਦੇ ਹੈਗੇ ਆ ਪੁਰਾਣੇ ਨਿਯਮ ਚ ਹਵਾਲਾ ਲੈ ਕੇ he's speaking of his deity, the fact that he is God. ਪ੍ਰਭੂ ਯੀਸ਼ੂ ਮਸੀਹ ਕੀ ਕਹਿੰਦੇ ਆ ਆਪਣੀ ਪ੍ਰਭੂਤਾਈ ਦਾ ਇਜ਼ਹਾਰ ਕਰਦੇ ਕਹਿੰਦੇ ਕਿ ਮੈਂ ਪਰਮੇਸ਼ਵਰ ਹਾਂ ਕੋਈ ਸ਼ੱਕ ਨਹੀਂ And as God, he tells us different things about himself ਔਰ ਪ੍ਰਭੂ ਯੀਸ਼ੂ ਮਸੀਹ ਆਪਣੇ ਬਾਰੇ ਸਾਨੂੰ ਫਰਕ ਗੱਲਾਂ ਦੱਸਦੇ ਆ for the benefit of his people. ਆਪਣੇ ਲੋਕਾਂ ਦੇ ਫਾਇਦੇ ਬਾਰੇ I am God, ਕਹਿੰਦੇ ਕਿ ਮੈਂ ਪਰਮੇਸ਼ਵਰ who's ਹਾਂ the bread of life. ਮੈਂ ਜੀਵਨ ਦੀ ਰੋਟੀ ਹੈਗਾ I am God, who's the light of the world. ਮੈਂ ਉਹ ਰੱਬ ਹੈਗਾ ਜਿਹੜਾ ਦੁਨੀਆ ਦਾ ਨੂਰ ਆ I am God, Yahweh, the door. ਮੈਂ ਯਾਵੇ ਪਰਮੇਸ਼ਰ ਹੈਗਾ ਜਿਹੜਾ ਦਰਵਾਜ਼ਾ ਆ I am God, the eternal one, who's the good shepherd. ਮੈਂ ਯਾਵੇ ਜਿਹੜਾ ਸੰਦੀਪਕ ਪਰਮੇਸ਼ਰ ਹੈਗਾ ਜਿਹੜਾ ਕਿ ਚਰਵਾਹਾ ਹੈਗਾ I am God, the self-existent one, who is the resurrection and the life. ਮੈਂ ਯਾਵੇ ਉਹ ਹੈਗਾ ਜਿਹੜਾ ਹਮੇਸ਼ਾ ਸੀਗਾ ਔਰ ਹੈਗਾ ਮੈਂ ਜ਼ਿੰਦਗੀ ਔਰ ਕਿਆਮਤ ਹੈਗਾ I am God, the unchanging one, who is the way, the truth, and the life. ਮੈਂ ਪਰਮੇਸ਼ਰ ਨਾ ਬਦਲਣ ਵਾਲਾ ਰਾਹ ਹਕ ਔਰ ਸਚਾਈ ਹੈਗਾ I am God, who is in the burning bush, who is the true vine. ਮੈਂ ਉਹ ਪਰਮੇਸ਼ਰ ਹੈਗਾ ਜਿਹੜਾ ਕਿ ਜਲਦੀ ਝਾੜੀ ਹੋਇਆ ਸੀਗਾ ਜਿਹੜਾ ਕਿ ਅੰਗੂਰ ਦੀ ਬੇਲ ਹੈਗਾ Jesus is the Son of God. ਪ੍ਰਭੂ ਯੀਸ਼ੂ ਮਸੀਹ ਖੁਦਾ ਦਾ ਬੇਟਾ ਹੈ That's why these things are written ਇਸ ਕਰਕੇ ਲਿਖਿਆ ਗਿਆ ਸਾਰਾ ਕੁਝ in the book of John, ਯੋਹੰਨਾ ਦੀ ਇੰਜੀਲ ਦੇ ਵਿੱਚ that you may believe ਕਿ ਅਸੀਂ ਪੜ੍ਹ ਕੇ ਵਿਸ਼ਵਾਸ ਕਰੀਏ and have eternal life. ਹਮੇਸ਼ਾ ਦੀ ਜ਼ਿੰਦਗੀ ਪਾਈਏ And in the weeks ahead, ਆਉਣ ਵਾਲੇ ਹਫ਼ਤਿਆਂ ਵਿੱਚ we will see this week by week. ਹਰ ਹਫ਼ਤੇ ਅਸੀਂ ਇੱਕ ਨਵੀਂ ਗੱਲ ਦੇਖਾਂਗੇ Amen. ਆਮੀਨ We will close the meeting now ਹੁਣ ਅਸੀਂ ਮੀਟਿੰਗ ਬੰਦ ਕਰਾਂਗੇ by having our last song, ਅਖੀਰਲਾ ਗੀਤ ਗਾ ਕੇ which will come up on the screen. ਪਰਦੇ ਤੇ ਆਊਗਾ Please sing at home as you do in church. ਜਦੋਂ ਚਰਚੇ ਗਾਉਣੇ ਆ ਘਰ ਬੈਠੇ ਮਿਹਰਬਾਨੀ ਕਰਕੇ ਗਾਓ And after that, we will close in prayer. ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਦੀ ਮੀਟਿੰਗ ਬੰਦ ਕਰਾਂਗੇ पास तेरे ऐ खुदा, हाँ तेरे पास मुश्किल सलीब की राह
जो कुछ तुम देगा रहीम खुदा मुझको आसमां की राह बतलाएगा मुझको पहुंचाएगा पास तेरे ऐ खुदा पास तेरे ऐ खुदा हाँ तेरे पास हर हाल में आऊंगा पास तेरे ऐ खुदा पास तेरे ऐ खुदा हाँ तेरे पास Let's close the meeting in prayer. आओ ਅਸੀਂ ਮੀਟਿੰਗ ਪ੍ਰਾਰਥਨਾ ਦੇ ਵਿੱਚ ਹੋ ਕੇ ਬੰਦ ਕਰੀਏ। Father in heaven, स्वर्गीय पिता परमेश्वर, we thank you for the truths that are laid down in your word. ਧੰਨਵਾਦ ਕਰਦੇ ਹਾਂ ਤੁਹਾਡੇ ਵਚਨ ਵਿੱਚ ਜਿਹੜੀ ਸੱਚਾਈ ਲਿਖੀ We ਹੈਗੀ ਹੈ। thank you that you revealed yourself to Abraham as the I am. ਤੁਸੀਂ ਆਪਣੇ ਆਪ ਨੂੰ ਜ਼ਾਹਿਰ ਕੀਤਾ ਅਬਰਾਮ ਦੇ ਅੱਗੇ ਕਿ ਮੈਂ ਪਰਮੇਸ਼ਰ ਹਾਂ। And we thank you that you've revealed yourself fully in your Son, the Lord Jesus, as the I am. ਔਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ ਕਿ ਤੁਸੀਂ ਪਰਮੇਸ਼ਰ ਹੈਗੇ ਆ ਮੈਂ ਹਾਂ। Lord, humble us, we pray. ਸਾਡੀ ਪ੍ਰਾਰਥਨਾ ਪ੍ਰਭੂ ਸਾਨੂੰ ਹਲੀਮ ਕਰੋ, Take away arrogance, ਸਾਡੇ ਅੰਦਰੋਂ ਘਮੰਡ ਨੂੰ ਕੱਢੋ, pride, ਕੁਫਰ ਕੱਢੋ। to think that we are in control of our lives, that we are I am. ਅਸੀਂ ਨਾ ਸੋਚੀਏ ਕਿ ਮੈਂ ਆਪਣੀ ਜ਼ਿੰਦਗੀ ਚਲਾਉਣਾ ਹੈਗਾ ਜਾਂ ਆਪਣੀ ਜ਼ਿੰਦਗੀ ਦਾ ਮਾਲਕ ਹੈਗਾ, ਮੈਂ ਕਰਦਾ ਸਾਰਾ ਕੁਝ। Help us to see ਪ੍ਰਭੂ ਅਸੀਂ ਦੇਖ ਸਕੀਏ that Jesus is the Christ, ਪ੍ਰਭੂ ਯਿਸੂ ਮਸੀਹ ਪਰਮੇਸ਼ਰ ਮਸੀਹ ਹੈ, Son of the living God. ਜ਼ਿੰਦਾ ਖੁਦਾ ਦਾ ਬੇਟਾ। And believing him, we shall be saved. ਉਹਦੇ ਵਿੱਚ ਵਿਸ਼ਵਾਸ ਕਰਕੇ ਅਸੀਂ ਬਚਾਏ ਜਾਵਾਂਗੇ। Bless us, Lord, ਪ੍ਰਭੂ ਬਰਕਤ ਦਿਓ for the remainder of the day. ਬਾਕੀ ਦੇ ਦਿਨ ਦੇ ਵਿੱਚ, Bless us this week. ਇਸ ਹਫ਼ਤੇ ਬਰਕਤ ਦਿਓ। And help us to know that, Lord, whatever fire we may go through, ਸਾਡੀ ਮਦਦ ਕਰੋ ਪ੍ਰਭੂ ਕਿ ਅਸੀਂ ਜਿਸ ਮਰਜ਼ੀ ਅੱਗ ਥਾਨੀ ਗੁਜ਼ਰ ਕੇ ਜਾਈਏ, Lord, you are with your people in the burning bush. ਤੁਸੀਂ ਆਪਣੇ ਲੋਕਾਂ ਦੇ ਨਾਲ ਹੈਗੇ ਜਲਦੀ ਹੋਈ ਝਾੜੀ ਵਿੱਚ। We pray these things in Jesus' name. ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਦੇ ਨਾਮ ਵਿੱਚ ਸਾਰਾ ਕੁਝ ਮੰਗਦੇ ਹਾਂ। Amen. ਆਮੀਨ। Okay? Done. I should have told you at the end that we normally have prayer. Thank you for listening to this message. For further information, visit www.emmanuelhansworth.org.uk.